ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਅੱਜ ਦੇ ਐਪੀਸੋਡ ਦੇ ਵਿੱਚ, ਜਿਸ ਵਿੱਚ ਆਪਾਂ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਇਆ, ਪੰਜਾਬ ਦੀ ਰਾਜਨੀਤੀ 'ਚ ਕੀ ਹੋਇਆ, ਸਿੱਖ ਧਰਮ ਦੇ ਵਿੱਚ ਕੀ ਹੋਇਆ, ਜਾਂ ਹੋਰ ਜਿਹੜੀਆਂ ਚੀਜ਼ਾਂ ਰਾਜਨੀਤੀ ਜਾਂ ਧਰਮ ਨਾਲ ਸੰਬੰਧਿਤ ਹੋਣ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਪਿਛਲੇ ਹਫ਼ਤੇ 'ਚ ਜਿਹੜੀਆਂ ਗੱਲਾਂ ਵਾਪਰੀਆਂ ਉਹਦੇ 'ਚੋਂ ਕੁਛ ਕੁ ਚੀਜ਼ਾਂ ਲੈ ਕੇ ਮੈਂ ਅੱਜ ਹਾਜ਼ਰ ਹੋਇਆ ਤੁਹਾਡੇ ਸਾਹਮਣੇ। ਪਹਿਲਾਂ ਆਪਾਂ ਗੱਲ ਕਰਨੀ ਆ ਜਰਨੈਲ ਸਿੰਘ ਹੋਣਾ ਬਾਰੇ। ਆਪ ਪਾਰਟੀ ਦੇ ਵਿੱਚ ਸੀਗੇ ਜਰਨੈਲ ਸਿੰਘ ਹੋਣੀ, ਅਤੇ ਉਹਨਾਂ ਨੂੰ ਇੱਕ ਫੇਸਬੁੱਕ ਪੋਸਟ ਕਰਕੇ ਪਾਰਟੀ 'ਚੋਂ ਕੱਢਤਾ। ਉਹ ਜਿਹੜੀ ਪੋਸਟ ਆ ਉਹ ਕਹਿੰਦੇ ਆ ਕਿ ਉਹ ਉਹਨਾਂ ਦੇ ਬੇਟੇ ਨੇ ਕੀਤੀ ਸੀ। ਇੱਕ ਵੀਡੀਓ ਵੀ ਉਹਨਾਂ ਦੀ ਰੀਸੈਂਟਲੀ ਸਾਹਮਣੇ ਆਈ ਆ ਜਿਹਦੇ ਵਿੱਚ ਉਹ ਬੋਲ ਰਹੇ ਆ। ਪਹਿਲਾਂ ਫੇਸਬੁੱਕ 'ਤੇ ਵੀ ਉਹਨਾਂ ਨੇ ਲਿਖਿਆ, ਫਿਰ ਵੀਡੀਓ ਦੇ ਵਿੱਚ ਵੀ ਕਿਹਾ ਵਾ ਕਿ ਉਹਨਾਂ ਦੇ ਬੇਟੇ ਨੇ ਜਿਹੜੀ ਪੋਸਟ ਸੀਗੀ ਉਹ ਪਾਈ ਸੀਗੀ, ਜਿਹਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਲਿਖੀਆਂ ਸੀਗੀਆਂ ਜਿਹੜੀਆਂ ਹਿੰਦੂ ਧਰਮ ਦੇ ਖਿਲਾਫ ਸੀਗੀਆਂ, ਜਾਂ ਹਿੰਦੂ ਧਰਮ ਦੇ ਜਿਹੜੇ ਲੋਕ ਆ ਉਹਨਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸੀਗੀਆਂ। ਇਹ ਜਿਹੜੀ ਪੋਸਟ ਆ ਤੁਸੀਂ ਦੇਖ ਰਹੇ ਹੋ, ਇਹ ਮੈਨੂੰ ਪਤਾ ਨਹੀਂ ਕਿ ਇਹ ਓਰੀਜਨਲੀ ਇਹੋ ਜਿਹੀ ਸੀਗੀ ਕਿ ਨਹੀਂ, ਕਿਉਂਕਿ ਮੈਂ ਓਰੀਜਨਲ ਪੋਸਟ ਨਹੀਂ ਦੇਖੀ ਉਹਨਾਂ ਦੀ। ਉਹਨਾਂ ਨੇ ਉਹ ਡਿਲੀਟ ਕਰਤੀ ਸੀ। ਉਸ ਤੋਂ ਬਾਅਦ 'ਚ ਜਦੋਂ ਸਿਲਸਿਲਾ ਸ਼ੁਰੂ ਹੋਇਆ ਇਹ ਦੱਸਣ ਦਾ ਕਿ ਕਿਵੇਂ ਆਈ ਪੋਸਟ ਫੇਸਬੁੱਕ 'ਤੇ, ਉਦੋਂ ਮੈਂ ਫੋਲੋ ਕਰਨਾ ਸ਼ੁਰੂ ਕੀਤਾ। ਇਹ ਅਧੂਰੀ ਜੀ ਆ ਪੋਸਟ ਜਿਹੜੀ ਕਿਸੇ ਨੇ ਕਮੈਂਟ ਦੇ ਵਿੱਚ ਪਾਈ ਸੀ ਉਹਨਾਂ ਦੀ ਪੋਸਟ ਦੇ ਹੇਠਾਂ। ਜਿਹੜੀ ਤੁਸੀਂ ਹੁਣ ਦੇਖ ਰਹੇ ਆ ਇਹ ਥੋੜ੍ਹੀ ਜਿਹੀ ਜ਼ਿਆਦਾ ਵਿਸਥਾਰ ਦੇ ਨਾਲ ਆ, ਸੇਮ ਜਿਹੀਆਂ ਲੱਗਦੀਆਂ ਦੋਨੇ, ਸ਼ਾਇਦ ਇਹੀ ਹੋਵੇ। ਇਹਦੇ ਵਿੱਚ ਸੀਤਾ ਦੀ ਗੱਲ ਕੀਤੀ ਹੋਈ ਆ, ਯੁਧਿਸ਼ਟਰ ਦੀ ਗੱਲ ਕੀਤੀ ਹੋਈ, ਬ੍ਰਹਮਾ ਦੀ ਗੱਲ ਕੀਤੀ ਹੋਈ, ਸ਼ਿਵ ਜੀ ਦੀ ਗੱਲ ਕੀਤੀ ਹੋਈ ਆ। ਅਤੇ ਇਹ ਕੁਛ ਉਹ ਸਟੋਰੀਆਂ ਵਾ ਹਿੰਦੂ ਸਕ੍ਰਿਪਚਰਸ ਦੇ ਵਿੱਚੋਂ ਜਿਹੜੀਆਂ ਕਿਸੇ ਹਿੰਦੂ ਧਰਮ ਦੇ ਬੰਦੇ ਨੂੰ ਦੱਸੀਏ ਤਾਂ ਉਹਨੂੰ ਸ਼ਾਇਦ ਇਹ ਚੰਗੀਆਂ ਨਾ ਲੱਗਣ। ਇਸ ਪੋਸਟ 'ਤੇ ਆਪਾਂ ਆਉਣੇ ਆ ਜੀ ਥੋੜ੍ਹੇ ਸਮੇਂ ਤੱਕ। ਉਸ ਤੋਂ ਬਾਅਦ 'ਚੋਂ ਮੈਂ ਦੱਸਣਾ ਚਾਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਪੰਜਾਬ ਏਕਤਾ ਪਾਰਟੀ ਵਾਲੇ, ਉਹਨਾਂ ਨੇ ਵੀ ਇੱਕ ਸ਼ੇਅਰ ਕੀਤਾ ਵਾ ਕਿ ਜਿਹੜਾ ਇਹਨਾਂ ਦਾ ਕੁਮਾਰ ਵਿਸ਼ਵਾਸ ਸੀਗਾ, ਉਹਨਾਂ ਨੇ ਨਾਮ ਤਾਂ ਨਹੀਂ ਲਿਖਿਆ, ਪਰ ਜਿਹੜਾ ਪਹਿਲਾ ਪੁਆਇੰਟ ਤੁਸੀਂ ਦੇਖੋਗੇ ਤਾਂ ਸ਼ਾਇਦ ਇਹ ਕੁਮਾਰ ਵਿਸ਼ਵਾਸ ਬਾਰੇ ਹੀ ਹੋਵੇ ਕਿ ਕੁਮਾਰ ਵਿਸ਼ਵਾਸ ਨੂੰ ਤਾਂ ਪਾਰਟੀ 'ਚੋਂ ਨਹੀਂ ਕੱਢਿਆ, ਉਹਦੇ ਬਾਰੇ ਤਾਂ ਕੋਈ ਫੈਸਲਾ ਨਹੀਂ ਲਿਆ। ਜਰਨੈਲ ਸਿੰਘ ਬਾਰੇ ਤੁਸੀਂ ਝੱਟ ਦੇਣੇ ਫੈਸਲਾ ਲੈ ਲਿਆ, ਉਹਦਾ ਸੁਣੀ ਵੀ ਨਹੀਂ ਉਹਦੀ ਰਾਏ, ਉਹਦਾ ਪੱਖ ਵੀ ਨਹੀਂ ਸੁਣਿਆ, ਅਤੇ ਤੁਸੀਂ ਪਹਿਲਾਂ ਹੀ ਉਹਨੂੰ ਪਾਰਟੀ 'ਚੋਂ ਕੱਢਤਾ। ਇਹ ਸੇਮ ਗੱਲ ਜਿਹੜੀ ਆ ਇਹ ਜਰਨੈਲ ਸਿੰਘ ਹੋਣਾ ਨੇ ਕਹੀ ਆ। ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਮੈਂ ਦੱਸਦਾ ਕਿ ਜਰਨੈਲ ਸਿੰਘ ਹੋਣੀ ਸੁਰਖੀਆਂ ਦੇ ਵਿੱਚ ਉਦੋਂ ਆਏ ਸੀਗੇ ਜਦੋਂ ਉਹਨਾਂ ਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸਿੱਟੀ ਸੀ। ਇਹ ਸ਼ਾਇਦ 2009 ਜਾਂ 2010 ਦੀ ਗੱਲ ਹੋਊਗੀ। ਇਹ ਜਿਹੜੀ ਘਟਨਾ ਹੋਈ ਸੀ ਇਹ 1984 ਦੇ ਜਿਹੜੇ ਦੋਸ਼ੀ ਸੀਗੇ ਵੀ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਹੈ ਨਾ, ਉਹਦੇ ਨਾਲ ਸੰਬੰਧਿਤ ਸੀਗੀ ਇਹ ਗੱਲ, ਜਦੋਂ ਜੁੱਤੀ ਸਿੱਟੀ ਗਈ ਸੀਗੀ। ਜਿਹੜੀ ਵੀਡੀਓ ਆਈ ਹੈ ਨਵੀਂ ਜਰਨੈਲ ਸਿੰਘ ਹੋਣਾ ਦੀ, ਉਹਨਾਂ ਨੇ ਇਹ ਵੀ ਕਿਹਾ ਉਹਦੇ ਵਿੱਚ ਕਿ ਮੈਂ ਤਾਂ ਗਿਆ ਨਹੀਂ ਸੀਗਾ ਆਪ ਕੋਲ ਕਿ ਭਾਈ ਮੈਨੂੰ ਆਪਣੀ ਪਾਰਟੀ 'ਚ ਲੈ ਲਓ। ਉਹ ਕਹਿੰਦੇ ਕਿ ਕੇਜਰੀਵਾਲ ਖੁਦ ਉਹਨਾਂ ਦੇ ਘਰੇ ਆਏ ਸੀਗੇ ਅਤੇ ਕਹਿੰਦੇ ਕਿ ਸਾਡੀ ਪਾਰਟੀ 'ਚ ਆਓ, ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਸਪਸ਼ਟੀਕਰਨ ਲੈਣਾ ਚਾਹੀਦਾ ਸੀਗਾ, ਸਿੱਧਾ ਪਾਰਟੀ 'ਚੋਂ ਕੱਢਤਾ। ਫਿਰ ਇਹ ਵੀ ਉਹਨਾਂ ਨੇ ਗੱਲ ਕਹੀ ਕਿ ਮੈਂ ਪਾਰਟੀ ਦੇ ਵਿੱਚ ਪੋਲੀਟਿਕਸ ਕਰਕੇ ਨਹੀਂ ਆਇਆ ਸੀ ਜਾਂ ਕੋਈ ਰੁਤਬਾ ਵਧਾਉਣ ਲਈ ਨਹੀਂ ਆਇਆ ਸੀਗਾ। ਜਿਹੜੀਆਂ ਓਰੀਜਨਲ ਪੋਸਟਸ ਆ ਜਾਂ ਫਿਰ ਕਹਿ ਲਓ ਕਿ ਵੀਡੀਓ ਆ ਉਹ ਤੁਸੀਂ ਜ਼ਰੂਰ ਉੱਥੇ ਜਾ ਕੇ ਦੇਖਿਓ। ਉਸ ਤੋਂ ਬਾਅਦ 'ਚੋਂ ਹਰਪ੍ਰੀਤ ਸਿੰਘ ਮੱਖੂ ਹੋਣਾ ਦੀ ਵੀ ਇੱਕ ਪੋਸਟ ਆਈ ਆ। ਉਹਨਾਂ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਰੱਖਿਆ ਉਹਨੂੰ, ਫਿਰ ਕਹਿੰਦੇ ਕਿ ਬਾਦਲ ਦੇ ਖਿਲਾਫ ਲੜ ਕੇ ਜਾ, ਉੱਥੋਂ ਅਸਤੀਫਾ ਦਿੱਤਾ, ਫਿਰ ਹੁਣ ਸਿੱਧਾ ਪਾਰਟੀ ਦੇ ਵਿੱਚੋਂ ਹੀ ਕੱਢਤਾ। ਸੋ ਆਪਾਂ ਪੱਖ ਨਹੀਂ ਲੈਂਦੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ, ਕਿਉਂਕਿ ਤੁਸੀਂ ਜੇ ਧਿਆਨ ਨਾਲ ਦੇਖੋਗੇ ਨਾ ਤੁਸੀਂ ਸਮਝ ਜਾਓਗੇ ਕਿ ਹਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਨਵੀਂ ਹੋਣ ਦੇ ਵਿੱਚ ਆਈ ਆ ਉਹ ਪ੍ਰੋਮਿਸ ਕਰਕੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਇਹ ਗੱਲਾਂ ਕਰਕੇ ਹੀ ਉਹ ਸਾਹਮਣੇ ਆਉਂਦੇ ਆ, ਅਤੇ ਉਸ ਤੋਂ ਬਾਅਦ 'ਚ ਸੇਮ ਗੱਲਾਂ ਸ਼ੁਰੂ ਹੋ ਜਾਂਦੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਕੇਜਰੀਵਾਲ ਵਾਲੀ ਆਮ ਆਦਮੀ ਪਾਰਟੀ ਹੋਵੇ। ਹਾਂ, ਥੋੜ੍ਹਾ ਜਿਹੜੇ ਪੰਜਾਬੀ ਨੌਜਵਾਨ ਉਹਨਾਂ ਦਾ ਆਪ ਵੱਲ ਝੁਕਾਅ ਤਾਂ ਕਰਕੇ ਵੱਧ ਗਿਆ ਕਿਉਂਕਿ ਉਹਨੇ ਸਕੂਲ ਜੇ ਬਣਾਤੇ ਆ ਅਤੇ ਹਸਪਤਾਲ ਬਣਾਤੇ ਆ। ਪਰ ਮੇਨ ਪੁਆਇੰਟ ਤਾਂ ਇਹ ਰਹੂਗਾ ਕਿ ਆਉਣ ਵਾਲੇ ਸਮੇਂ 'ਚ ਜੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਠਦੇ ਆ ਤਾਂ ਜਿਹੜੇ ਆਪ ਦੇ ਲੋਕ ਆ ਉਹ ਪੰਜਾਬੀਆਂ ਨਾਲ ਖੜਨਗੇ ਜਾਂ ਫਿਰ ਦਿੱਲੀ ਜਿਹੜੇ ਬੈਠੇ ਉਹਨਾਂ ਦੇ ਪੈਰੀ ਪੈਣਗੇ। ਇਹ ਵੱਡੇ ਮੁੱਦੇ ਆ, ਵੱਡੀਆਂ ਗੱਲਾਂ ਪੋਲੀਟਿਕਸ ਨਾਲ ਰਿਲੇਟਡ ਜਿਹੜੀਆਂ ਆਪਾਂ ਕਿਸੇ ਹੋਰ ਟਾਈਮ 'ਤੇ ਡਿਸਕਸ ਕਰਾਂਗੇ। ਅੱਜ ਦੀ ਜਿਹੜੀ ਪੋਸਟ ਆ ਉਹ ਆਪਾਂ ਇੱਥੋਂ ਤੱਕ ਹੀ ਰੱਖਦੇ ਹਾਂ ਕਿ ਜਰਨੈਲ ਸਿੰਘ ਹੋਣਾ ਨੂੰ ਪਾਰਟੀ 'ਚੋਂ ਕੱਢਤਾ। ਸੋ ਜਿਹੜੀ ਓਰੀਜਨਲ ਪੋਸਟ ਦੀ ਆਪਾਂ ਗੱਲ ਕਰਦੇ ਪਏ ਸੀ, ਜਿਸ 'ਚ ਸੀਤਾ ਦੀ ਗੱਲ ਕੀਤੀ ਹੈ, ਯੁਧਿਸ਼ਟਰ ਦੀ ਗੱਲ ਕੀਤੀ, ਬ੍ਰਹਮਾ ਦੀ ਗੱਲ ਕੀਤੀ ਆ, ਸ਼ਿਵ ਜੀ ਦੀ ਗੱਲ ਕੀਤੀ ਆ। ਇਹ ਜਿਹੜੀ ਗੱਲ ਸੀਗੀ ਇਹ ਕਰਨੀ ਨਹੀਂ ਚਾਹੀਦੀ ਸੀਗੀ, ਚਾਹੇ ਉਹਨਾਂ ਦੇ ਬੇਟੇ ਨੇ ਕੀਤੀ ਆ ਚਾਹੇ ਉਹਨਾਂ ਨੇ ਖੁਦ ਕੀਤੀ ਆ। ਪਿਛਲੇ ਹਫ਼ਤੇ ਜੇ ਤੁਸੀਂ ਦੇਖੋਗੇ ਨਾ
ਜਦੋਂ ਇਹ ਅਯੁੱਧਿਆ ਦਾ ਹੋਇਆ ਪੂਜਾ ਜੀ ਉੱਥੇ, ਅਤੇ ਉਸ ਤੋਂ ਬਾਅਦ 'ਚੋਂ ਫਿਰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਹਰਿਮੰਦਰ ਸਾਹਿਬ ਬਾਰੇ ਵੀ, ਉੱਥੇ ਵੀ ਆਪਾਂ ਆਉਣੇ ਆ ਅੱਜ। ਉਹਦੇ ਸੰਦਰਭ ਦੇ ਵਿੱਚ ਫਿਰ ਲੋਕਾਂ ਨੇ ਇਹੋ ਜਿਹੀਆਂ ਪੋਸਟ ਕੱਢ ਕੇ ਜਾਂ ਫਿਰ ਕਹਿ ਲਓ ਲਾਈਨਾਂ ਲੈ ਕੇ ਇੰਟਰਨੈਟ 'ਤੇ ਪਾਉਣੀਆਂ ਸ਼ੁਰੂ ਕਰਤੀਆਂ, ਅਤੇ ਅਲੱਗ-ਅਲੱਗ ਫੇਸਬੁੱਕ ਦੇ ਗਰੁੱਪਸ ਦੇ ਵਿੱਚ ਇਹ ਫੋਟੋ ਜਿਹੜੀ ਆ ਉਹ ਅਵੇਲੇਬਲ ਆ। ਦੇਖੋ, ਜਦੋਂ ਆਪਾਂ ਕਿਸੇ ਦੇ ਧਰਮ ਬਾਰੇ ਬੋਲਦੇ ਹਾਂ ਨਾ, ਉਦੋਂ ਉਹ ਬੰਦਾ ਨਹੀਂ ਸਹਿਣ ਕਰ ਸਕਦਾ। ਜੇ ਕੋਈ ਸਿੱਖ ਧਰਮ ਬਾਰੇ ਗਲਤ ਬੋਲੇ, ਆਪਾਂ ਨੂੰ ਵੀ ਠੇਸ ਪਹੁੰਚਦੀ ਆ, ਅਤੇ ਆਪਣੇ 'ਚ ਕਈ ਫਿਰ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਜਿਹੜੀਆਂ ਇਹ ਲਿਖੀਆਂ ਹੋਈਆਂ। ਇਹ ਦੋਨੇ ਪਾਸੇ ਇਹੋ ਜਿਹਾ ਝੁਕਾਅ ਹੁੰਦਾ। ਤੁਸੀਂ ਕੋਈ ਵੀ ਧਰਮ ਲੈ ਲਓ, ਸਿੱਖ ਧਰਮ ਲੈ ਲਓ, ਹਿੰਦੂ ਲੈ ਲਓ, ਮੁਸਲਮਾਨ ਲੈ ਲਓ, ਈਸਾਈ, ਬੋਧੀ, ਜੈਨੀ, ਕਿਸੇ ਦੇ ਧਰਮ ਬਾਰੇ ਜੇ ਤੁਸੀਂ ਗਲਤ ਬੋਲਦੇ ਆ, ਅਗਲਾ ਫਿਰ ਤੁਹਾਡੇ ਧਰਮ 'ਤੇ ਵਾਰ ਕਰਦਾ ਹੀ ਕਰਦਾ ਵਾ। ਜੇ ਹਰਿਮੰਦਰ ਸਾਹਿਬ ਵਾਲੀ ਗੱਲ ਨਾ ਉੱਠਦੀ ਤਾਂ ਇਹੋ ਜਿਹੀਆਂ ਪੋਸਟਾਂ ਸਾਹਮਣੇ ਨਹੀਂ ਆਉਂਦੀਆਂ ਸੀ। ਮੈਂ ਕਈ ਵਾਰੀ ਕਿਹਾ ਵਾ ਕਿ ਇਹਦੇ ਨਾਲ ਕਿਸੇ ਦਾ ਵੀ ਫਾਇਦਾ ਨਹੀਂ ਹੋਣਾ। ਜੇ ਆਪਾਂ ਸੋਚਦੇ ਹਾਂ ਕਿ ਆਪਾਂ ਇਹੋ ਜਿਹੀਆਂ ਪੋਸਟਾਂ ਪਾ ਕੇ ਭਲਾ ਕਰ ਦਾਂਗੇ ਕਿਸੇ ਨਾਲ, ਕੋਈ ਨਹੀਂ ਹੋਣਾ। ਜਾਂ ਫਿਰ ਉਹ ਸੋਚਦੇ ਆ ਕਿ ਹਰਿਮੰਦਰ ਸਾਹਿਬ ਬਾਰੇ ਇਹੋ ਜਿਹੀਆਂ ਪੋਸਟਾਂ ਕਰਕੇ ਆਪਾਂ ਭਲਾ ਕਰ ਦਾਂਗੇ, ਆਪਾਂ ਚੰਗੀ ਗੱਲ ਕਰ ਰਹੇ ਹਾਂ, ਉਹ ਵੀ ਬਹੁਤ ਮਾੜੀ ਗੱਲ ਆ। ਅਤੇ ਇਹਨਾਂ ਚੀਜ਼ਾਂ ਨਾਲ ਨਾ ਸਮਾਜ ਦੇ ਵਿੱਚ ਨਫ਼ਰਤ ਹੀ ਫੈਲਦੀ ਆ। ਪਹਿਲੇ ਨੇ ਦੂਜੇ ਨੂੰ ਕਹਿ ਤਾ, ਦੂਜੇ ਨੇ ਪਹਿਲੇ ਨੂੰ ਕਹਿ ਤਾ, ਇਹੀ ਚੱਲਦਾ ਰਹਿੰਦਾ ਵਾ। ਜੇ ਤੁਸੀਂ ਕੁਛ ਗੱਲਾਂ ਨਕਾਰਨੀਆਂ ਵੀ ਆ ਨਾ, ਜੇ ਮੈਂ ਸਿੱਖ ਧਰਮ ਦੀ ਗੱਲ ਕਰਾਂ, ਜੇ ਤੁਸੀਂ ਨਕਾਰਨਾ ਵਾ ਜਿਹੜੀ ਸੀਤਾ ਵਾਲੀ ਗੱਲ ਕੀਤੀ ਜਾਂ ਫਿਰ ਯੁਧਿਸ਼ਟਰ ਵਾਲੀ ਗੱਲ ਕੀਤੀ ਆ, ਜੇ ਤੁਸੀਂ ਇਹ ਗੱਲਾਂ ਨਕਾਰਨੀਆਂ ਵੀ ਆ ਤਾਂ ਇੱਕ ਸਹੀ ਤਰੀਕਾ ਹੁੰਦਾ ਕਹਿਣ ਦਾ। ਗੁਰਬਾਣੀ ਦੇ ਵਿੱਚ ਜਦੋਂ ਦੇਖੋ ਸਿੱਖ ਕਥਾ ਕਰਦੇ ਆ ਜਾਂ ਇਤਿਹਾਸ ਦੀ ਕਥਾ ਆਉਂਦੀ ਆ, ਉਦੋਂ ਇਹਨਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਵਾ, ਪਰ ਉਹ ਤੁਸੀਂ ਕਿਸ ਲਹਿਜੇ ਦੇ ਵਿੱਚ ਕਹਿੰਦੇ ਪਏ ਆ, ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਵਾ। ਇਹ ਜਿਹੜੀ ਪੋਸਟ ਆ, ਹੁਣ ਦੇਖੋ, ਇਹ ਚੰਗੇ ਲਹਿਜੇ ਦੇ ਵਿੱਚ ਤਾਂ ਕਹੀ ਨਹੀਂ ਗਈ, ਇਹ ਤਾਂ ਪੜ੍ਹ ਕੇ ਪਤਾ ਲੱਗਦਾ ਪਿਆ ਵਾ, ਪਰ ਜਿਹਨੇ ਵੀ ਇਹ ਪਹਿਲੀ ਪੋਸਟ ਪਾਈ ਹੋਊਗੀ ਫੇਸਬੁੱਕ 'ਤੇ ਬਣਾ ਕੇ, ਉਹਨੂੰ ਠੇਸ ਪਹੁੰਚੀ ਹੋਊਗੀ, ਸ਼ਾਇਦ ਉਹਨੇ ਇਸ ਕਰਕੇ ਪਾਤੀ ਹੋਵੇ। ਜਾਂ ਫਿਰ ਦੂਜਾ ਪੱਖ ਹੋ ਸਕਦਾ ਵਾ ਕਿ ਲੋਕਾਂ ਨੇ ਨਫ਼ਰਤ ਫੈਲਾਉਣ ਲਈ ਪਾਤੀ ਹੋਵੇ। ਦੋਨੇ ਪੱਖ ਹੋ ਸਕਦੇ ਆ, ਅਤੇ ਆਪਾਂ ਨੂੰ ਦੋਨਾਂ ਨੂੰ ਦੇਖਣਾ ਚਾਹੀਦਾ ਵਾ। ਇਹ ਜਿਹੜਾ ਮੁੱਦਾ ਵਾ, ਇਹ ਇੱਥੇ ਹੀ ਬੰਦ ਹੋਣਾ ਚਾਹੀਦਾ ਵਾ ਕਿ ਉਹਨਾਂ ਨੇ ਕੁਛ ਕਹਿ ਤਾ ਅਤੇ ਆਪਣੇ ਜੋ ਕਈਆਂ ਨੇ ਕਹਿ ਤਾ, ਬਸ ਇੱਥੇ ਹੀ ਠੰਡਾ ਪੈ ਜਾਏ ਇਹ ਮੁੱਦਾ, ਕਿਉਂਕਿ ਉਹਨਾਂ ਨੇ ਆਪਾਂ ਨੂੰ ਕਹਿ ਤਾ, ਆਪਣੇ 'ਚੋਂ ਉਹਨਾਂ ਨੂੰ ਕਹਿ ਤਾ। ਇਹ ਕੋਈ ਲਾਭਦਾਇਕ ਗੱਲ ਨਹੀਂ ਹੈਗੀ, ਕਿਸੇ ਨੂੰ ਲਾਭ ਨਹੀਂ ਪਹੁੰਚਦਾ ਇਹਦੇ ਨਾਲ। ਇੱਕ ਤਾਂ ਟਾਈਮ ਖਰਾਬ ਹੁੰਦਾ ਇਹਦੇ ਨਾਲ, ਦੂਜਾ ਜਿਹੜਾ ਵਾ ਉਹ ਮਨ ਨੂੰ ਬੁਰਾ ਲੱਗਦਾ ਕਿ ਯਾਰ ਉਹ ਆਪਾਂ ਨੂੰ ਮਾੜਾ ਬੋਲ ਰਿਹਾ ਵਾ, ਫਿਰ ਆਪਣੇ 'ਚ ਹੋਰ ਨਫ਼ਰਤ ਭਰ ਜਾਂਦੀ ਆ ਅਤੇ ਆਪਾਂ ਉਹਨੂੰ ਗਲਤ ਕਹਿਣ ਲੱਗ ਜਾਂਦੇ ਹਾਂ। ਇਹ ਘੱਟ ਕਰੋ ਜੀ। ਜੇ ਤੁਸੀਂ ਕਿਸੇ ਨੂੰ ਉੱਤਰ ਵੀ ਦੇਣਾ ਨਾ, ਜਿਵੇਂ ਆਪਾਂ ਉਹ ਹਰਿਮੰਦਰ ਸਾਹਿਬ ਵਾਲੇ ਪੁਆਇੰਟ 'ਤੇ ਜਦੋਂ ਆਵਾਂਗੇ ਉਦੋਂ ਗੱਲ ਕਰਾਂਗੇ, ਉਹ ਇੱਕ ਸਾਰਥਕ ਤਰੀਕੇ ਨਾਲ ਉੱਤਰ ਦਿੱਤਾ ਜਾ ਸਕਦਾ। ਅਤੇ ਜਿਹੜੀਆਂ ਇਹ ਗੱਲਾਂ ਨਾ ਜਿਹੜੀਆਂ ਲਿਖੀਆਂ ਹੋਈਆਂ ਵਾ ਪੋਸਟ ਦੇ ਵਿੱਚ, ਇਹ ਗੱਲਾਂ ਜਿਹੜੀਆਂ ਵਾ ਇਹ ਕਦੇ ਕਦੇ ਆਪਣੇ ਆਪ ਆ ਜਾਂਦੀਆਂ। ਹੁਣ ਮੈਂ ਆਪਦੀ ਗੱਲ ਕਰਦਾ, ਮੈਂ ਬਹੁਤ ਦੂਰ ਨਹੀਂ ਜਾਂਦਾ, ਮੈਂ ਲੋਕਾਂ ਨਾਲ ਬਹੁਤ ਬਹਿਸਦਾ ਹੁੰਦਾ ਸੀ ਅਤੇ ਬਹੁਤ ਗੱਲਾਂ ਮੈਂ ਵੀ ਕਹੀਆਂ ਵਾ, ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਜੇ ਆਪਾਂ ਕਿਸੇ ਨੂੰ ਗਲਤ ਵੀ ਕਰਨਾ ਨਾ ਸਾਬਤ, ਤਾਂ ਆਪਾਂ ਐਟਲੀਸਟ ਜਿਹੜੀ ਵੀ ਉਹਦੀ ਸ਼ਰਧਾ ਜੀ 'ਤੇ ਹੈਗੀ ਆ, ਚਾਹੇ ਉਹ ਰਾਮ ਚੰਦਰ 'ਤੇ ਹੋਵੇ, ਚਾਹੇ ਕ੍ਰਿਸ਼ਨ 'ਤੇ ਹੋਵੇ, ਚਾਹੇ ਸ਼ਿਵ ਜੀ 'ਤੇ ਹੋਵੇ, ਆਪਾਂ ਉਹਨੂੰ ਠੇਸ ਨਾ ਪਹੁੰਚਾਈਏ। ਆਪਾਂ ਉੱਤਰ ਦੇ ਦਈਏ ਉਹਨੂੰ ਦੱਸ ਦਈਏ ਕਿ ਭਾਈ ਜੇ ਤੂੰ ਮੰਨਦਾ ਕਿ ਗੁਰਬਾਣੀ 'ਚ ਰਾਮ ਚੰਦਰ ਦੀ ਉਸਤਤ ਆ ਜਾਂ ਕ੍ਰਿਸ਼ਨ ਦੀ ਜਾਂ ਸ਼ਿਵ ਜੀ ਦੀ ਉਸਤਤ ਆ, ਤਾਂ ਤੂੰ ਗਲਤ ਆ, ਅਤੇ ਆਹ ਦੇਖ, ਆਹ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ, ਇਹ ਆਪਾਂ ਕਹਿ ਸਕਦੇ ਹਾਂ ਉਹਨੂੰ। ਪਰ ਬੇਵਜ੍ਹਾ ਬੇਮਤਲਬ ਜਾਣ ਬੁੱਝ ਕੇ ਕਿਸੇ ਨੂੰ ਠੇਸ ਪਹੁੰਚਾਉਣਾ, ਇਹ ਸਿੱਖੀ ਵਾਲੇ ਕੰਮ ਨਹੀਂ ਹੈਗੇ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਗੱਲਾਂ ਨਾ ਹੋਣ। ਦੂਜੀ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ, ਉਹ ਹੈਗੀ ਆ ਬਾਣੀਆਂ ਦੀ ਗੱਲ। ਕਹਿੰਦੇ ਆ ਕਿ ਗੁਰੂ ਨਾਨਕ ਦਰਬਾਰ ਇੱਕ ਅਮਰੀਕਾ ਦੇ ਵਿੱਚ ਗੁਰਦੁਆਰਾ ਵਾ, ਉੱਥੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਆਪਾਂ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ, ਉਹਨੂੰ ਆਪਾਂ ਨਹੀਂ ਪੜ੍ਹਨਾ, ਅਤੇ ਉਹ ਕਹਿੰਦੇ ਜਾਪ ਸਾਹਿਬ, ਸਵਈਏ ਅਤੇ ਚੌਪਈ ਜਿਹੜੀ ਆ, ਆਪਾਂ ਉਹ ਵੀ ਨਹੀਂ ਪੜ੍ਹਨੀ। ਜਿਹੜਾ ਸਿੱਖ ਧਰਮ ਆ ਨਾ, ਉਹ ਜਥੇਬੰਦਕ ਧਰਮ ਹੈ। ਕੋਈ ਇੱਕ ਆਦਮੀ ਫੈਸਲਾ ਨਹੀਂ ਲੈ ਸਕਦਾ ਪੰਥ ਦਾ। ਜੇ ਮੰਨ ਲਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਨਹੀਂ ਮੰਨਦੇ, ਤੁਸੀਂ ਇਤਿਹਾਸਕ ਸਰੋਤ ਨੂੰ ਨਹੀਂ ਮੰਨਦੇ, ਤਾਂ ਤੁਸੀਂ ਉਹ ਨਾ ਪੜ੍ਹੋ। ਪਰ ਜਦੋਂ ਤੁਸੀਂ ਇੱਕ ਮਤਾ ਪਾਸ ਕਰਦੇ ਆ ਨਾ ਕਿ ਜਿਹੜੇ ਸਿੱਖ ਆ ਸਾਰੇ ਉਹ ਵੀ ਉਹ ਫੋਲੋ ਕਰਨ, ਤਾਂ ਇਹ ਸਿੱਖੀ ਦੇ ਅਸੂਲਾਂ ਦੇ ਵਿਰੁੱਧ ਗੱਲ ਆ। ਤੁਸੀਂ ਕਹਿਰੇ ਤੌਰ 'ਤੇ ਜਾਂ ਇੱਕ ਜਸਟ ਕਮੇਟੀ ਜੀ ਬਣ ਗਈ ਆ, ਅਮਰੀਕਾ ਵਾਲੇ ਲੋਕ 4-5 ਬਹਿ ਗਏ, 10 ਬਹਿ ਗਏ ਹੋਣਗੇ, 15 ਬਹਿ ਗਏ ਹੋਣਗੇ,
ਤੁਸੀਂ ਰਲ ਕੇ ਫੈਸਲਾ ਕਰ ਲਿਆ ਕਿ ਜੀ ਇਹ ਬਾਣੀ ਨੂੰ ਅਸੀਂ ਬਾਣੀ ਮੰਨਣਾ, ਇਹ ਬਾਣੀ ਨੂੰ ਬਾਣੀ ਨਹੀਂ ਮੰਨਣਾ। ਕੱਲ ਨੂੰ ਕੈਨੇਡਾ ਵਾਲੇ ਕਹਿ ਦੇਣਗੇ ਨਾ ਨਾ ਆਪਾਂ ਤਾਂ ਇਹਨੂੰ ਬਾਣੀ ਮੰਨਦੇ, ਇਹਨੂੰ ਨਹੀਂ ਮੰਨਦੇ। ਜਰਮਨੀ ਵਾਲੇ ਕਹਿ ਦੇਣਗੇ ਨਹੀਂ ਨਹੀਂ ਅਸੀਂ ਤਾਂ ਇਹਨਾਂ ਨੂੰ ਹੀ ਮੰਨਦੇ, ਹੋਰ ਕਿਸੇ ਨੂੰ ਨਹੀਂ ਮੰਨਦੇ। ਇਹਦਾ ਫਿਰ ਜਿੰਨੇ ਗੁਰਦੁਆਰੇ ਹੋਣਗੇ, ਜਿੰਨੀਆਂ ਕਮੇਟੀਆਂ ਹੋਣਗੀਆਂ, ਉਨੇ ਵਿਚਾਰ ਬਣ ਜਾਣਗੇ। ਕੁਛ ਵਿਚਾਰਾਂ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ 'ਚ ਵੀ ਫਰਕ ਹੋਊਗਾ। ਮੈਂ ਐਂ ਨਹੀਂ ਕਹਿੰਦਾ ਕਿ ਸਾਰਿਆਂ ਦਾ ਸੇਮ ਹੋਊਗਾ, ਪਰ ਜਿਹੜੀ ਬੇਸਿਕ ਸਟਰਕਚਰ ਆ ਨਾ ਸਿੱਖੀ ਦੀ, ਉਹ ਸਾਰਿਆਂ ਦੀ ਸੇਮ ਆ। ਜੇ ਆਪਾਂ ਕਹਿੰਦੇ ਹਾਂ ਕਿ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਨਾ, 5 ਬਾਣੀਆਂ ਪੜ੍ਹ ਕੇ ਹੀ ਤਿਆਰ ਕਰਨਾ। ਜੇ ਆਪਾਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਆ। ਜੇ ਆਪਾਂ ਕਹਿੰਦੇ ਹਾਂ ਕਿ ਸਿੱਖੀ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਆ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਿਆਰੇ ਆ, ਤੇ ਉਹ ਉਵੇਂ ਹੀ ਆ। ਬਹੁਤ ਥੋੜ੍ਹੀਆਂ ਮੋਟੀਆਂ ਜਿਹੜੀਆਂ ਗੱਲਾਂ ਹੋਣਗੀਆਂ ਉਹਦਾ ਹੀ ਵਖਰੇਵਾਂ ਹੋਊਗਾ, ਕੋਈ ਜ਼ਿਆਦਾ ਵਖਰੇਵਾਂ ਨਹੀਂ ਹੁੰਦਾ। ਪਰ ਐਡਾ ਵੱਡਾ ਫੈਸਲਾ ਲੈਣਾ ਜਿਹੜਾ ਇਹ ਅਮਰੀਕਾ 'ਚ ਲਿੱਤਾ ਗਿਆ, ਇਹ ਬਹੁਤ ਗਲਤ ਗੱਲ ਆ। ਅਤੇ ਜਿਹੜੇ ਲੋਕ ਉਸ ਗੁਰਦੁਆਰੇ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਆਪਾਂ ਕਮੇਟੀ ਤਾਂ ਬਣਾ ਲਈ ਹੈ ਇੱਥੇ, ਜਿਹੜਾ ਪ੍ਰਬੰਧ ਦੇਖਦੀ ਆ ਕਿ ਇਹ ਗੁਰਮਤਿ ਦੇ ਅਸੂਲਾਂ ਦੀ ਗੱਲ ਕਰਦੀ ਆ, ਕਿ ਇਹ ਪੰਥ ਦੀ ਗੱਲ ਕਰਦੀ ਆ, ਜਾਂ ਇਹ ਆਪਣੇ ਨਵੇਂ ਵਖਰੇਵੇਂ ਪਾਉਣ ਦੀ ਕੋਸ਼ਿਸ਼ ਕਰਦੇ ਪਏ ਆ, ਤਾਂ ਕਿ ਪੰਥ ਦੇ ਵਿੱਚ ਜਿਹੜਾ ਪਾੜਾ ਵਾ ਉਹ ਪੈ ਜੇ ਅਤੇ ਉਹ ਵੱਧਦਾ ਹੀ ਚਲਾ ਜਾਵੇ। ਇਹ ਉਹਨਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ। ਅਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ, ਜੇ ਮੰਨ ਲਓ ਕਿ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਤੇ ਸ਼ੰਕਾ ਵਾ, ਹੈ ਨਾ, ਇੰਨੇ ਸੈਮੀਨਾਰ ਹੋ ਚੁੱਕੇ ਆ, ਅਤੇ ਅਮਰੀਕਾ ਦੇ ਵਿੱਚ ਸਿੰਘ ਵੀ ਗਏ ਆ, ਸਕਾਲਰ ਵੀ ਗਏ ਆ। ਜਦੋਂ ਉੱਥੇ ਹੁੰਦੇ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ ਨਾ। ਹੁਣ ਐਂ ਤਾਂ ਹੈ ਨਹੀਂ ਤੁਸੀਂ ਕਹੋਗੇ ਨਹੀਂ ਸਾਡੀ ਸਿਟੀ 'ਚ ਨਹੀਂ ਆਏ, ਉਹ ਪਰਲੀ ਸਿਟੀ ਦੇ ਵਿੱਚ ਗਏ ਆ, ਇਸ ਕਰਕੇ ਅਸੀਂ ਉੱਥੇ ਨਹੀਂ ਜਾਣਾ। ਸਾਡੀ ਸਿਟੀ 'ਚ ਸਾਡੇ ਗੁਰਦੁਆਰੇ 'ਚ ਆਉਣ ਤਾਂ ਹੀ ਅਸੀਂ ਗੱਲ ਕਰਾਂਗੇ। ਐਂ ਨਹੀਂ ਹੁੰਦਾ। ਜਦੋਂ ਵੀ ਕੋਈ ਸਕਾਲਰ ਜਾਂ ਕਥਾਵਾਚਕ ਕਿਸੇ ਵੀ ਗੁਰਦੁਆਰੇ ਦੇ ਵਿੱਚ ਜਾਂਦਾ ਵਾ, ਗੱਲ ਕਰਦੇ ਆ ਉੱਥੇ ਸਿੱਖੀ ਦੀ, ਜਾਂ ਕੋਈ ਲੈਕਚਰ ਡਿਲੀਵਰ ਕਰਦੇ ਆ, ਕਥਾ ਕਰਦੇ ਆ, ਜੇ ਤੁਹਾਡੇ ਮਨ 'ਚ ਸ਼ੰਕੇ ਹੈਗੇ ਆ ਅਤੇ ਉਸ ਸ਼ੰਕਿਆਂ ਨੂੰ ਲੈ ਕੇ ਹੀ ਉਹ ਲੈਕਚਰ ਜਿਹੜਾ ਵਾ ਉਹ ਡਿਲੀਵਰ ਕੀਤਾ ਜਾਂਦਾ ਵਾ, ਤਾਂ ਤੁਹਾਡਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾਈਏ, ਉੱਥੇ ਕੁਐਸਚਨ ਰੱਖੀਏ ਕਿ ਇਹ ਸਾਡੇ ਕੁਐਸਚਨ ਆ, ਜਾਂ ਫਿਰ ਕਹੋ ਕਿ ਭਾਈ ਸਾਡੇ ਨਾਲ ਵਿਚਾਰ ਕਰੋ ਇਹਨਾਂ ਗੱਲਾਂ 'ਤੇ। ਉਦੋਂ ਕੋਈ ਆਉਂਦਾ ਨਹੀਂ ਗਾ ਸਾਹਮਣੇ, ਕਿਉਂਕਿ ਇਹ ਜਿਹੜੀਆਂ ਗੱਲਾਂ ਵਾ ਕੈਲੀਫੋਰਨੀਆ ਦੇ ਵਿੱਚ ਵੀ ਆਇਆ ਹੋਇਆ ਸੀ, ਐਂਡ ਆਈ ਥਿੰਕ ਜਰਮਨੀ ਦੇ ਵਿੱਚ ਵੀ ਇਹ ਹੋਇਆ ਸੀਗਾ। ਉਦੋਂ ਫਿਰ ਸਾਹਮਣੇ ਕੋਈ ਨਹੀਂ ਆਉਂਦਾ। ਫਿਰ ਇਹ ਕਿਹੋ ਜਿਹੇ ਤੁਹਾਡੇ ਸ਼ੰਕੇ ਹੋਏ ਕਿ ਤੁਸੀਂ ਆਪਣੇ ਸ਼ੰਕੇ ਦੱਸਣ ਲਈ ਸਾਹਮਣੇ ਨਹੀਂ ਆਉਂਦੇ ਪਏ। ਤੁਸੀਂ ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਮੰਨ ਲਓ ਫॉर द ਸੇਕ ਆਫ ਦ ਆਰਗੂਮੈਂਟ ਕਿ ਸਾਨੂੰ ਨਹੀਂ ਪਤਾ, ਅਸੀਂ ਨਹੀਂ ਪ੍ਰੂਵ ਕਰ ਸਕਦੇ, ਅਸੀਂ ਬਸ ਕਹਿ ਤਾ ਕਿ ਇਹ ਬਾਣੀ ਨਹੀਂ ਹੈਗੀ। ਜੇ ਇਹ ਗੱਲ ਹੈਗੀ ਹੈ, ਘੱਟੋ ਘੱਟ ਦੇ ਸ਼ੰਕੇ ਦੇ ਸਾਹਮਣੇ ਰੱਖੋ ਨਾ। ਅਤੇ ਸ਼ੰਕੇ ਵੀ ਆਏ ਨਹੀਂ ਕਿ ਬਹੁਤ ਹੀ ਤੁਹਾਡੇ ਨਵੇਂ ਸ਼ੰਕੇ ਆ, ਜਿਨ੍ਹਾਂ ਸ਼ੰਕਿਆਂ ਦੇ ਉੱਤਰ ਪਤਾ ਨਹੀਂ ਕਿੰਨੇ ਹੀ ਲੇਖਕਾਂ ਨੇ ਦਿੱਤੇ ਆ, ਉਹੀ ਸ਼ੰਕੇ ਤੁਹਾਡੇ ਆ। ਵੀ ਕੋਈ ਨਵਾਂ ਦਾ ਸ਼ੰਕਾ ਉਪਜੇ ਨਾ, ਜਾਂ ਫਿਰ ਤੁਸੀਂ ਐਂ ਕਹੋ ਕਿ ਤੁਸੀਂ ਇਹ ਐਕਸਪਲੇਨੇਸ਼ਨ ਦਿੱਤੀ, ਸਾਡਾ ਇਹ ਕਾਊਂਟਰ ਆਰਗੂਮੈਂਟ ਆ। ਫਿਰ ਉਹ ਬਾਅਦ 'ਚ ਜਿਹੜੇ ਸਕਾਲਰਸ ਆ ਉਹ ਦੁਬਾਰਾ ਤੋਂ ਉੱਤਰ ਦੇਣਗੇ ਉਸ ਚੀਜ਼ ਨੂੰ ਮੁੱਖ ਰੱਖ ਕੇ। ਇਹ ਚੀਜ਼ ਤਾਂ ਹੋ ਸਕਦੀ ਆ। ਜੇ ਤੁਸੀਂ ਸਾਹਮਣੇ ਨਹੀਂ ਆਓਗੇ, ਜੇ ਤੁਸੀਂ ਵਿਚਾਰ ਲਈ ਬੈਠੋਗੇ ਹੀ ਨਹੀਂ, ਫਿਰ ਸ਼ੰਕੇ ਕਿਵੇਂ ਨਿਵਰਤ ਹੋਣਗੇ? ਸ਼ੰਕੇ ਆਏ ਤਾਂ ਨਿਵਰਤ ਨਹੀਂ ਹੋਣੇ। ਅਤੇ ਜਿਹੜੀ ਇਹ ਖਬਰ ਆ ਕਿ ਜਿਹੜੀਆਂ ਬਾਣੀਆਂ ਜਿਹੜੀਆਂ ਉਹਨਾਂ ਨੇ ਬੈਨ ਕੀਤੀਆਂ ਵਾ, ਇਹ ਮੈਂ ਅਖਬਾਰ 'ਚ ਨਹੀਂ ਪੜ੍ਹੀ ਐਕਚੁਅਲੀ, ਕਿਉਂਕਿ ਇਹੋ ਜਿਹੀਆਂ ਖਬਰਾਂ ਅਖਬਾਰ 'ਚ ਛਪ ਜਾਂਦੀਆਂ ਹੁੰਦੀਆਂ ਅਤੇ ਮੈਨੂੰ ਪੜ੍ਹਨ ਨੂੰ ਮਿਲੀ ਨਹੀਂ ਗੀ। ਇਹ ਫੇਸਬੁੱਕ 'ਤੇ ਪੜ੍ਹੀ ਆ, ਅਤੇ ਫੇਸਬੁੱਕ 'ਤੇ ਸੱਚ ਵੀ ਬਹੁਤ ਹੁੰਦਾ, ਝੂਠ ਵੀ ਬਹੁਤ ਹੁੰਦਾ, ਆਪਾਂ ਨੂੰ ਪਤਾ ਹੀ ਆ। ਜੇ ਇਹ ਝੂਠ ਆ ਫਿਰ ਤਾਂ ਚੱਲ ਕੋਈ ਗੱਲ ਨਹੀਂ, ਕਿਸੇ ਨੇ ਉਂਝ ਪੋਸਟ ਪਾਤੀ ਹੋਣੀ, ਪਰ ਜੇ ਸੱਚ ਗੱਲ ਆ ਫਿਰ ਥੋੜ੍ਹਾ ਜਿਹਾ ਆਪਾਂ ਨੂੰ ਸੋਚਣਾ ਚਾਹੀਦਾ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਹੌਲੀ ਹੌਲੀ ਕਰਕੇ ਤੁਸੀਂ ਸਾਰਾ ਕੁਛ ਇਨਕਾਰ ਦੇਣਾ ਅਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਜਿਵੇਂ ਸਿੰਘ ਕਹਿੰਦੇ ਹੁੰਦੇ ਆ ਨਾ ਕਿ ਚਰਿੱਤਰੋ ਵਾਖਿਆਂ ਤੋਂ ਸ਼ੁਰੂ ਹੋਏ, ਇਹ ਕਰਦੇ 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 ਇਹ ਆ ਗਏ ਜਾਪ ਸਾਹਿਬ 'ਤੇ, ਵੀ ਸਾਰੇ ਨੂੰ ਹੀ ਨਹੀਂ ਮੰਨਦੇ। ਉਵੇਂ ਫਿਰ ਜਿਹੜੀ ਇਹ ਆਈਡੀਓਲੋਜੀ ਆ ਕਿਸੇ ਚੀਜ਼ ਨੂੰ ਰਿਜੈਕਟ ਕਰਨ ਦੀ, ਕਿ ਅਸੀਂ ਪਿੱਛੋਂ ਸ਼ੁਰੂ ਕਰਨਾ, ਉਹੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਅਪਲਾਈ ਕੀਤੀ ਹੋਈ ਕਿ ਰਾਗਮਾਲਾ ਨੂੰ ਨਹੀਂ ਮੰਨਦੇ ਅਸੀਂ। ਫਿਰ ਹੌਲੀ ਹੌਲੀ ਕਰਕੇ ਭਗਤਾਂ ਦੀ ਬਾਣੀ 'ਤੇ ਆਉਣਗੇ, ਭੱਟਾਂ ਦੇ ਸਵਈਆਂ 'ਤੇ ਆਉਣਗੇ, ਫਿਰ ਹੌਲੀ ਹੌਲੀ ਇਹਨਾਂ ਨੇ ਜਪਜੀ ਸਾਹਿਬ 'ਤੇ ਆ ਜਾਣਾ। ਸੋ ਜਿੰਨੇ ਵੀ ਤੁਹਾਡੇ ਪ੍ਰਸ਼ਨ ਹੁੰਦੇ ਆ, ਡਾਊਟਸ ਹੁੰਦੇ ਆ, ਸੁਭਾਵਿਕ ਆ। ਜਦੋਂ ਤੁਸੀਂ ਸੁਣਦੇ ਆ ਨਾ ਕੁਛ, ਜਦੋਂ ਤੁਸੀਂ ਪੜ੍ਹਦੇ ਆ ਕੁਛ, ਤੁਹਾਡੇ ਮਨ ਦੇ ਵਿੱਚ ਪ੍ਰਸ਼ਨ ਆਉਣਗੇ ਹੀ ਆਉਣਗੇ। ਜੇ ਤੁਹਾਡੇ ਮਨ 'ਚ ਪ੍ਰਸ਼ਨ ਆਉਂਦੇ ਪਏ, ਇਹਦਾ ਮਤਲਬ ਤੁਸੀਂ ਕੁਛ ਸਿੱਖਦੇ ਪਏ ਆ। ਪਰ ਉਹਦਾ ਉੱਤਰ ਜਿਹੜਾ ਤੁਹਾਨੂੰ ਮਿਲਦਾ ਪਿਆ ਉਹ ਸਹੀ ਮਿਲਦਾ ਪਿਆ ਕਿ ਨਹੀਂ, ਇਹ ਬਹੁਤ ਵੱਡੀ ਗੱਲ ਆ।
ਇਹ ਜਿਹੜੀ ਆ ਇਹ ਤੁਹਾਡੀ ਪੂਰੀ ਲਾਈਫ ਚੇਂਜ ਕਰ ਸਕਦੀ ਆ, ਚੰਗੇ ਵੇ ਦੇ ਵਿੱਚ ਵੀ ਤੇ ਬੁਰੇ ਵੇ ਦੇ ਵਿੱਚ ਵੀ। ਜੇ ਸਹੀ ਉੱਤਰ ਮਿਲ ਗਿਆ ਤਾਂ ਜ਼ਿੰਦਗੀ ਸੁਧਰ ਸਕਦੀ ਆ, ਗਲਤ ਉੱਤਰ ਮਿਲ ਗਿਆ ਤਾਂ ਰੁਲ ਸਕਦੀ ਆ। ਆਪਾਂ ਸਾਰੇ ਰਲ ਮਿਲ ਕੇ ਚੱਲੀਏ ਇਹਦੇ ਵਿੱਚ। ਅਮਰੀਕਾ ਦੇ ਵਿੱਚ ਉਹ ਜਿਹੜਾ ਗੁਰਦੁਆਰਾ ਵਾ, ਜਿਹੜੀ ਕਮੇਟੀ ਆ, ਉਹਨਾਂ ਨੂੰ ਕਹੀਏ ਕਿ ਭਾਈ ਨਹੀਂ, ਤੁਸੀਂ ਵਿਚਾਰ ਕਰੋ ਬਹਿ ਕੇ। ਜੇ ਤੁਹਾਡੇ ਪ੍ਰੇਸ਼ਨ ਆ, ਜੇ ਤੁਹਾਡੀ ਸ਼ੰਕਾ ਵਾ, ਉਹ ਸਕਾਲਰਸ ਨਾਲ ਬੈਠੋ, ਸਿੰਘਾਂ ਨਾਲ ਬੈਠੋ, ਚਰਚਾ ਕਰੋ। ਕਿਉਂਕਿ ਇਕੱਲੇ ਬਹਿ ਕੇ ਤੁਸੀਂ 10-15 ਜਾਣੇ ਇਹ ਨਹੀਂ ਡਿਸਾਈਡ ਕਰ ਸਕਦੇ ਕਿ ਇਹ ਚੀਜ਼ ਸਹੀ ਆ, ਇਹ ਚੀਜ਼ ਗਲਤ ਆ। ਖਾਸ ਕਰ ਜਦੋਂ ਉਹ ਚੀਜ਼ ਪੰਥ ਦੇ ਵਿਰੋਧ ਦੇ ਵਿੱਚ ਹੋਵੇ ਔਰ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਤੀਜੇ 'ਤੇ ਗੱਲ ਆਉਂਦੀ ਆ ਹਰਿਮੰਦਰ ਸਾਹਿਬ ਦੀ। ਸੋਨਮ ਮਹਾਜਨ ਕਰਕੇ ਇੱਕ ਹੈਗੀ ਆ ਕੁੜੀ, ਟਵਿੱਟਰ 'ਤੇ ਬਹੁਤ ਉਹ ਗੰਦ ਬਕਦੀ ਆ। ਕੁਛ ਹੋਰ ਹੋਣਗੇ ਲੱਲੂ ਪੰਜੂ ਤੁਰੇ ਫਿਰਦੇ। ਉਹ ਕਹਿੰਦੇ ਕਿ ਭਾਈ ਜਿਹੜਾ ਹਰਿਮੰਦਰ ਸਾਹਿਬ ਸੀ ਨਾ, ਉਹ ਵਿਸ਼ਨੂੰ ਦਾ ਮੰਦਰ ਸੀਗਾ ਅਤੇ ਉੱਥੇ ਮੂਰਤੀਆਂ ਪਈਆਂ ਹੁੰਦੀਆਂ ਸੀ ਪਹਿਲਾਂ। ਅਤੇ ਜਦੋਂ ਸਿੰਘ ਸਭਾ ਆਈ ਆ 1905 ਦੇ ਵਿੱਚ ਜਾਂ ਉਸ ਤੋਂ ਥੋੜ੍ਹਾ ਜਿਹਾ ਪਹਿਲਾਂ ਲਾ ਲਓ, ਉਹਨਾਂ ਨੇ ਜਿਹੜੀਆਂ ਮੂਰਤੀਆਂ ਸੀ ਉਹ ਕੱਢਤੀਆਂ। ਪਹਿਲਾਂ ਇੱਥੇ ਮੂਰਤੀਆਂ ਹੁੰਦੀਆਂ ਸੀ ਗੁਰੂ ਸਾਹਿਬ ਦੇ ਸਮੇਂ ਤੋਂ ਹੀ, ਇਹ ਉਹਨਾਂ ਦਾ ਮੰਨਣਾ ਵਾ। ਆਪਾਂ ਆਪਣੇ ਬਲੌਗ 'ਤੇ ਇਹਦੇ ਬਾਰੇ ਖੁੱਲ੍ਹ ਕੇ ਵਿਚਾਰ ਕੀਤੀ ਆ ਕਿ ਇਹ ਜਿਹੜੀ ਚੀਜ਼ ਆ ਇਹ ਗਲਤ ਕਿਉਂ ਆ। ਉਹਦੇ 'ਚੋਂ ਕੁਛ ਕੁ ਅੰਸ਼ ਲੈ ਕੇ ਮੈਂ ਤੁਹਾਨੂੰ ਦੱਸਦਾ ਵਾਂ ਕਿ ਉਹ ਕੀ ਸੀਗਾ ਆਰਟੀਕਲ ਦੇ ਵਿੱਚ। ਕੇਸਰ ਸਿੰਘ ਛਿੱਬਰ ਜਿਹੜਾ ਸੀਗਾ, ਉਹਨੇ ਪੰਸਾਵਲੀਨਾਮਾ ਲਿਖਿਆ 10 ਪਾਤਸ਼ਾਹੀਆਂ ਕਾ। ਇਹ ਗੱਲ ਹੈਗੀ ਆ 1769 ਈਸਵੀ ਦੀ। ਉਹਨੇ ਲਿਖਿਆ ਬੰਸਾਵਲੀਨਾਮਾ 10 ਪਾਤਸ਼ਾਹੀਆਂ ਕਾ, ਅਤੇ ਉਹਦੇ ਵਿੱਚ ਉਹਨੇ ਇਹ ਨਹੀਂ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਨੇ ਉੱਥੇ ਮੂਰਤੀਆਂ ਰੱਖੀਆਂ ਸੀਗੀਆਂ। ਫਿਰ ਆਪਣੇ ਕੋਲ ਮਹਿਮਾ ਪ੍ਰਕਾਸ਼ ਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ 10 ਗੁਰੂ ਸਾਹਿਬਾਨਾਂ ਦਾ ਜੀਵਨ ਆ। ਉਹਦੇ 'ਚ ਨਹੀਂ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਨੇ ਉੱਥੇ ਮੂਰਤੀਆਂ ਟਿਕਾਈਆਂ ਜਾਂ ਸਿੱਖ ਗੁਰੂਆਂ ਨੇ ਉੱਥੇ ਮੂਰਤੀਆਂ ਟਿਕਾਈਆਂ ਦਰਬਾਰ ਸਾਹਿਬ ਦੇ ਵਿੱਚ। ਆਪਾਂ ਫਿਰ ਗੱਲ ਕਰ ਲੈਂਦੇ ਸੂਰਜ ਪ੍ਰਕਾਸ਼ ਦੀ। ਸੂਰਜ ਪ੍ਰਕਾਸ਼ 'ਤੇ ਬਹੁਤ ਰੌਲਾ ਪਾਉਂਦੇ ਆ ਨਾ ਕਿ ਸੂਰਜ ਪ੍ਰਕਾਸ਼ ਗਲਤ ਆ ਜੀ, ਸੂਰਜ ਪ੍ਰਕਾਸ਼ 'ਚ ਇਹ ਲਿਖਿਆ ਉਹ ਲਿਖਿਆ, ਸਾਨੂੰ ਨਹੀਂ ਪੜ੍ਹਨਾ, ਅਸੀਂ ਗੁਰਬਾਣੀ ਪੜ੍ਹਨੀ ਆ। ਗੁਰਬਾਣੀ ਵੀ ਨਹੀਂ ਪੜ੍ਹਦੇ ਇਹ। ਇਹੋ ਜਿਹੇ ਲੋਕ ਆ ਕਿ ਸਾਰਾ ਦਿਨ ਕਹਿਣਗੇ ਗੁਰਬਾਣੀ ਪੜ੍ਹਨੀ ਅਤੇ ਗੁਰਬਾਣੀ ਵੀ ਨਹੀਂ ਪੜ੍ਹਨਗੇ। ਹੁਣ ਸੂਰਜ ਪ੍ਰਕਾਸ਼ ਦੇਖੋ, ਜਿੰਨਾ ਸੂਰਜ ਪ੍ਰਕਾਸ਼ ਦੇ ਵਿੱਚ ਡਿਟੇਲ 'ਚ ਲਿਖੀ ਹੈ ਨਾ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ, ਉਹਨਾਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਗ੍ਰੰਥ ਹੋਊਗਾ ਜਿਹ 'ਚ ਲਿਖੀਆਂ ਹੋਣਗੀਆਂ। ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਹੋਣਾ ਨੇ ਗੁਰੂ ਅਰਜਨ ਦੇਵ ਜੀ ਦਾ ਵੀ ਇਤਿਹਾਸ ਲਿਖਿਆ। ਉਹ ਕੀ ਕਹਿੰਦੇ ਆ ਕਿ ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਹੋ ਗਈ ਨਾ, ਉਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗੁਰੂ ਮਹਾਰਾਜ ਨੇ। ਹੁਣ ਦੇਖੋ, ਭਾਈ ਸੰਤੋਖ ਸਿੰਘ ਹੋਣਾ ਨੇ 1843 ਈਸਵੀ ਦੇ ਵਿੱਚ ਸੂਰਜ ਪ੍ਰਕਾਸ਼ ਜਿਹੜਾ ਵਾ ਉਹ ਕੰਪਲੀਟ ਕੀਤਾ ਵਾ। ਜੇ ਆਪਾਂ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ ਕਿ ਉਹ ਪਹਿਲਾਂ ਲਿਖਿਆ, ਉਸ ਤੋਂ ਬਾਅਦ 'ਚ 6ਵੇਂ 7ਵੇਂ 8ਵੇਂ 9ਵੇਂ 10ਵੇਂ ਗੁਰੂ ਦੀ ਕਥਾ ਲਿਖੀ ਹੋਊਗੀ ਉਹਨਾਂ ਨੇ, ਵੀ 1843 ਤੋਂ ਪਹਿਲਾਂ ਲਾ ਲਓ, 3-4 ਸਾਲ ਪਹਿਲਾਂ ਲਾ ਲਓ, 5 ਸਾਲ ਪਹਿਲਾਂ ਲਾ ਲਓ, ਬਈ ਉਦੋਂ ਉਹ ਲਿਖਦੇ ਪਏ ਸੀਗੇ। ਉਹਨਾਂ ਨੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਉੱਥੇ ਮੂਰਤੀਆਂ ਹੈਗੀਆਂ। ਅਤੇ ਸਭ ਤੋਂ ਵੱਡੀ ਗੱਲ, ਉਹਨਾਂ ਦੇ ਜਿਹੜੇ ਟੀਚਰ ਸੀਗੇ ਜਾਂ ਵਿਦਿਆਦਾਤਾ ਸੀਗੇ, ਉਹ ਗਿਆਨੀ ਸੰਤ ਸਿੰਘ ਸੀਗੇ। ਅਤੇ ਗਿਆਨੀ ਸੰਤ ਸਿੰਘ ਦਰਬਾਰ ਸਾਹਿਬ ਕਥਾ ਕਰਦੇ ਹੁੰਦੇ ਸੀਗੇ। ਭਾਈ ਸੰਤੋਖ ਸਿੰਘ ਜੀ ਅਲੱਗ-ਅਲੱਗ ਥਾਵਾਂ 'ਤੇ ਵਿਚਰਿਆ ਇਤਿਹਾਸ ਇਕੱਠਾ ਕਰਨ ਲਈ ਆਪਣਾ। ਹੁਣ ਤਾਂ ਆਪਾਂ ਇੱਥੇ ਬਹਿ ਕੇ ਏਸੀ ਵਾਲੇ ਕਮਰਿਆਂ 'ਚ, ਸੋਫਿਆਂ 'ਚ ਬਹਿ ਕੇ ਕਹਿ ਦਿੰਦੇ ਹਾਂ ਨਾ, ਆਮ ਇਹ ਗੱਪਾਂ ਲਿਖਤੀਆਂ ਭਾਈ ਸੰਤੋਖ ਸਿੰਘ ਨੇ। ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਵਿਚਰੇ ਆ। ਰੋਟੀ ਖਾਣ ਨੂੰ ਨਹੀਂ ਮਿਲਦੀ ਸੀਗੀ, ਇਹੋ ਜਿਹੀ ਸਥਿਤੀ ਆ ਗਈ ਸੀਗੀ ਕਿਸੇ ਟਾਈਮ 'ਤੇ, ਪਰ ਇਤਿਹਾਸ ਲਿਖਣਾ ਨਹੀਂ ਛੱਡਿਆ। ਕਹਿਣਾ ਬਹੁਤ ਸੌਖਾ ਵਾ। ਸੋ ਇਤਿਹਾਸ ਇਕੱਠਾ ਕਰਨ ਲਈ ਉਹ ਅਲੱਗ-ਅਲੱਗ ਥਾਵਾਂ 'ਤੇ ਗਏ। ਉਹ ਅੰਮ੍ਰਿਤਸਰ ਵੀ ਗਏ। ਜੇ ਉਹਨਾਂ ਨੇ ਉੱਥੇ ਮੂਰਤੀਆਂ ਪਈਆਂ ਦੇਖੀਆਂ ਹੁੰਦੀਆਂ, ਕਿਉਂਕਿ ਉਹ ਕਈ ਜਗ੍ਹਾਵਾਂ ਦੇ ਵਿੱਚ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਪੜ੍ਹਿਆ ਨਾ ਉਹਨਾਂ ਨੂੰ ਪਤਾ ਵਾ, ਕਈ ਜਗ੍ਹਾਵਾਂ ਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਇਹ ਚੀਜ਼ ਅੱਖੀਂ ਦੇਖੀ ਆ ਆਪਣੇ। 1843 ਤੋਂ 4-5 ਸਾਲ ਪਹਿਲਾਂ ਲਾ ਲਓ, ਜਦੋਂ ਉਹ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਲਿਖਦੇ ਪਏ ਆ, ਉਹ ਅਲੱਗ-ਅਲੱਗ ਥਾਵਾਂ 'ਤੇ ਵਿਚਰੇ ਆ, ਹਰਿਮੰਦਰ ਸਾਹਿਬ ਵੀ ਗਏ ਆ, ਉੱਥੇ ਉਹਨਾਂ ਨੂੰ ਮੂਰਤੀਆਂ ਪਈਆਂ ਨਹੀਂ ਦਿਖੀਆਂ। ਜੇ ਪਈਆਂ ਦਿਖੀਆਂ ਹੁੰਦੀਆਂ ਤਾਂ ਉਹ ਲਿਖ ਦਿੰਦੇ। ਭਾਈ ਸੰਤੋਖ ਸਿੰਘ ਹੋਣੀ ਕੱਟੜ ਸਿੱਖ ਸੀਗੇ। ਉਹਨਾਂ ਦਾ ਜਿਹੜਾ ਗ੍ਰੰਥ ਆ ਉਹ ਪੜ੍ਹ ਕੇ ਦੇਖ ਲਓ ਕਿ ਗੁਰੂ ਤੋਂ ਬਿਨਾਂ ਕਿਸੇ ਹੋਰ 'ਤੇ ਸ਼ਰਧਾ ਨਹੀਂ ਸੀਗੀ, ਬਾਣੀ ਤੋਂ ਬਿਨਾਂ ਕਿਸੇ ਹੋਰ 'ਤੇ ਸ਼ਰਧਾ ਨਹੀਂ ਸੀਗੀ। ਜੇ ਉੱਥੇ ਮੂਰਤੀਆਂ ਪਈਆਂ ਹੁੰਦੀਆਂ ਨਾ,
ਤਾਂ ਉਹਨਾਂ ਨੇ ਉਹਦੀ ਲਿਖ ਦੇਣਾ ਸੀਗਾ ਕਿ ਇਹ ਚੀਜ਼ ਗਲਤ ਹੋ ਰਹੀ ਆ, ਦੇਖੋ ਮੂਰਤੀਆਂ ਰੱਖਤੀਆਂ ਉਹਨਾਂ ਨੇ ਉੱਥੇ। ਪਰ ਕਿਸੇ ਥਾਂ ਜ਼ਿਕਰ ਨਹੀਂ ਹੈਗਾ ਉਹਨਾਂ ਦੇ ਗ੍ਰੰਥ ਦੇ ਵਿੱਚ ਕਿ ਮੂਰਤੀਆਂ ਪਈਆਂ ਹਰਿਮੰਦਰ ਸਾਹਿਬ। ਵੀ ਐਡਾ ਕੱਟੜ ਸਿੱਖ ਹੋਵੇ, ਮੂਰਤੀਆਂ ਪਈਆਂ ਹੁਣ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਤੇ ਉਹ ਜਿਹੜਾ ਵਾ ਚੁੱਪ ਕਰਕੇ ਆ ਜਾਵੇ, ਹੈ ਕੁਛ ਲਿਖੇ ਵੀ ਨਾ। ਇੱਦਾਂ ਤਾਂ ਨਹੀਂ ਹੋ ਸਕਦਾ। ਦੂਜੀ ਗੱਲ ਇੱਥੇ ਮੈਂ ਹੋਰ ਰੱਖਦਾ ਪਹਿਲੇ ਪੁਆਇੰਟ ਨੂੰ ਅੱਗੇ ਤੋਰਨ ਤੋਂ ਪਹਿਲਾਂ। ਕਹਿੰਦੇ ਆ ਕਿ ਜਿਹੜੀਆਂ ਮੂਰਤੀਆਂ ਸੀਗੀਆਂ ਨਾ, ਕਿਉਂਕਿ ਤੁਸੀਂ ਇੰਟਰਨੈਟ 'ਤੇ ਜਦੋਂ ਜਾਂਦੇ ਨਾ, ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਗੱਲਾਂ ਲਿਖੀਆਂ। ਕਹਿੰਦੇ ਜਿਹੜੀਆਂ ਮੂਰਤੀਆਂ ਸੀਗੀਆਂ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਨਾ, ਉੱਥੇ ਪਈਆਂ ਸੀਗੀਆਂ। ਹੁਣ ਭਾਈ ਸੰਤੋਖ ਸਿੰਘ ਲਿਖਦੇ ਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਉੱਥੇ। ਪਹਿਲਾ ਹੁਕਮਨਾਮਾ ਕਿਹੜਾ ਆ ਉਹ ਵੀ ਲਿਖਦੇ ਆ, ਤੇ ਇਹ ਕਹੀ ਜਾਂਦੇ ਆ ਕਿ ਮੂਰਤੀਆਂ ਪਈਆਂ ਸੀ। ਕਿਉਂਕਿ ਇਤਿਹਾਸ ਨਹੀਂ ਨਾ ਪੜ੍ਹਿਆ। ਜਦੋਂ ਅਸੀਂ ਇੱਕ ਵਾਰੀ ਸ਼ਾਖਾ ਦੇ ਵਿੱਚ ਚਲੇ ਜਾਂਦੇ ਆ ਨਾ, ਥੋੜਾ ਦਿਮਾਗ ਆਪਣੇ ਆਪ ਬੰਦ ਹੋ ਜਾਂਦਾ। ਫਿਰ ਸ਼ਾਖਾ ਵਾਲੇ ਜਿਹੜੇ ਤੁਹਾਨੂੰ ਚੀਜ਼ਾਂ ਦੱਸਦੇ ਆ, ਤੁਸੀਂ ਉਹੀ ਬੋਲਣੀਆਂ। ਜਾਂ ਫਿਰ ਜਿਹੜੀਆਂ ਐਂਟੀ ਗੁਰਮਤ ਸਟੋਰੀਜ਼ ਹੋਣਗੀਆਂ, ਤੁਸੀਂ ਉਹਦੇ ਬਾਰੇ ਗੱਲ ਕਰੋਗੇ। ਗੁਰਮਤ ਦੀ ਤੁਸੀਂ ਗੱਲ ਕਦੇ ਨਹੀਂ ਕਰੋਗੇ, ਤੁਸੀਂ ਗੁਰਬਾਣੀ ਦੇ ਸਹੀ ਅਰਥ ਕਦੇ ਨਹੀਂ ਕਰੋਗੇ ਜੇ ਤੁਸੀਂ ਇੱਕ ਵਾਰੀ ਆਪਣਾ ਪੈਰ ਸ਼ਾਖਾ ਦੇ ਵਿੱਚ ਧਰ ਲਿਆ। ਜਿਹੜੀਆਂ ਮੂਰਤੀਆਂ ਪਈਆਂ ਸੀਗੀਆਂ ਉਹਨਾਂ ਦੇ ਆਉਣੇ ਆ, ਪਹਿਲੇ ਪੁਆਇੰਟ ਨੂੰ ਅੱਗੇ ਤੋਰਦੇ ਹਾਂ ਆਪਾਂ। ਪਰ ਮੈਂ ਉਹ ਦੱਸਣਾ ਚਾਹੁੰਦਾ ਕਿ ਉਹ ਮੂਰਤੀਆਂ ਜਿਹੜੀਆਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਨਾ ਦਰਬਾਰ ਸਾਹਿਬ 'ਚ, ਉੱਥੇ ਨਹੀਂ ਪਈਆਂ ਸੀ। ਜਿਹੜੇ ਸਰੋਵਰ ਆ, ਸਰੋਵਰ ਤੋਂ ਪਿੱਛੇ ਪਿੱਛੇ ਤੁਸੀਂ ਕਹਿ ਲਓ, ਉੱਥੇ ਪਰਿਕਰਮਾ ਦੇ ਵਿੱਚ ਪਈਆਂ ਸੀਗੀਆਂ। ਹੁਣ ਆਪਾਂ ਇਹ ਤਾਂ ਦੇਖ ਲਿਆ ਕਿ 1843 ਦੇ ਵਿੱਚ ਭਾਈ ਸੰਤੋਖ ਸਿੰਘ ਹੋਣੀ ਆਪਣਾ ਸੂਰਜ ਪ੍ਰਕਾਸ਼ ਕੰਪਲੀਟ ਕਰਦੇ ਆ। ਕਿਤੇ ਜ਼ਿਕਰ ਨਹੀਂ ਕਰਦੇ ਕਿ ਭਾਈ ਮੂਰਤੀਆਂ ਪਈਆਂ ਉੱਥੇ। 1849 ਈਸਵੀ ਦੇ ਵਿੱਚ ਜਿਹੜਾ ਪੰਜਾਬ ਆ ਉਹ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਬਣਦਾ। ਗੱਦਾਰਾਂ ਨੇ ਜਦੋਂ ਗੱਦਾਰੀ ਕੀਤੀ, ਜਿਹੜੇ ਡੋਗਰੇ ਸੀਗੇ, ਉਸ ਤੋਂ ਬਾਅਦ ਸਿੱਖ ਹਾਰ ਗਏ ਤੇ ਬ੍ਰਿਟਿਸ਼ ਨੇ ਜਿਹੜਾ ਉਹਨਾਂ ਦਾ ਇੰਪਾਇਰ ਸੀਗਾ ਉਹ 'ਚ ਪੰਜਾਬ ਨੂੰ ਰਲਾ ਲਿਆ। ਹੁਣ ਦੇਖੋ ਜਿਹੜੇ ਅੰਗਰੇਜ਼ ਆ ਉਹ ਪੰਜਾਬ 'ਚ ਆਉਂਦੇ ਆ, ਬਹੁਤ ਕੁਛ ਹੁੰਦਾ ਉਦੋਂ। ਇੱਕ ਚੀਜ਼ ਜਿਹੜੀ ਹੁੰਦੀ ਆ ਉਹ ਹੁੰਦੇ ਆ ਮਹੰਤ, ਉਹ ਆਪਣੇ ਮਨਮਰਜ਼ੀ ਨਾਲ ਉੱਥੇ ਕੰਮ ਕਰਦੇ ਆ। ਉਸ ਸਮੇਂ 'ਤੇ ਜਿਹੜੀਆਂ ਮੂਰਤੀਆਂ ਉਹ ਰੱਖੀਆਂ ਜਾਂਦੀਆਂ ਵਾ, ਉਸ ਤੋਂ ਪਹਿਲਾਂ ਨਹੀਂ ਹੁੰਦੀਆਂ ਮੂਰਤੀਆਂ। ਤੁਸੀਂ ਖੁਦ ਦੇਖੋ ਕਿ ਜਿਹੜੀ ਮੇਨ ਫੌਜ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਉਹ 'ਚ ਨਿਹੰਗ ਸਿੰਘ ਵੀ ਹੁੰਦੇ ਸੀਗੇ। ਹੁਣ ਨਿਹੰਗ ਸਿੰਘ ਹੋਣ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਰੱਖਣ ਦੇ ਦੇਣ, ਹੈ ਵੀ ਐਡੇ ਵੱਡੇ ਤੁਸੀਂ ਬਹਾਦਰ ਸੂਰਮੇ ਆ ਗਏ ਕਿ ਨਿਹੰਗਾਂ ਸਿੰਘਾਂ ਦੇ ਸਾਹਮਣੇ ਤੁਸੀਂ ਮੂਰਤੀ ਪੂਜਾ ਕਰੋਗੇ ਤੇ ਨਿਹੰਗ ਸਿੰਘ ਜਿਹੜੇ ਉਹ ਦੇਖਦੇ ਰਹਿਣਗੇ ਤੁਹਾਨੂੰ। ਬਹੁਤ ਸਾਰੇ ਆਰਗੂਮੈਂਟ ਇਹਦੇ ਅਗੇਂਸਟ ਦੇ ਵਿੱਚ। ਆਪਾਂ ਆਪਣੀ ਕਿਤਾਬਾਂ ਪੜ੍ਹੀਏ ਤੇ ਆਪਣੇ ਜਿਹੜਾ ਦਿਮਾਗ ਆ ਨਾ ਪੂਰਾ ਖੁੱਲ੍ਹ ਜਾਂਦਾ ਕਿ ਇਹ ਹੈ ਕੀ ਚੀਜ਼ ਤੇ ਕੀ ਬਣਾਈ ਜਾਂਦੇ ਆ। ਉਵੇਂ ਤੁਹਾਨੂੰ ਇੱਕ ਮੈਂ ਹੋਰ ਚੀਜ਼ ਦੱਸਦਾ, ਇਹ ਰਿਲੇਟਡ ਨਹੀਂ ਗੀ ਐਕਚੁਅਲੀ, ਪਰ ਮੈਂ ਦੱਸ ਦਿੰਦਾ ਵਾਂ। ਕਹਿੰਦੇ ਕਿ ਹਿੰਦੂਆਂ ਦੇ ਵਿੱਚ ਜਿਹੜਾ ਪਹਿਲਾ ਸਨ ਹੁੰਦਾ ਸੀ ਨਾ, ਵੱਡਾ ਲੜਕਾ ਪੈਦਾ ਹੁੰਦਾ ਸੀਗਾ, ਉਹਨੂੰ ਸਿੱਖ ਬਣਾਇਆ ਜਾਂਦਾ ਸੀਗਾ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚੱਲਿਆ ਆਉਂਦਾ ਪਿਆ। ਇਹ ਵੀ ਝੂਠ ਆ। ਇਹ ਵੀ ਜਦੋਂ ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਹੋਇਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਸਿੱਖ ਹੋ ਏਡੀ ਬਹਾਦਰ ਕੌਮ ਆ, ਉਹਨਾਂ ਨੂੰ ਉਹ ਚੂਜ਼ ਕਰਦੇ ਸੀਗੇ ਬਾਕੀਆਂ ਨਾਲੋਂ ਕਿ ਨਹੀਂ ਇਹ ਜਿਹੜੇ ਸਿੱਖ ਆ ਇਹ ਆਉਣ, ਅਸੀਂ ਇਹਨਾਂ ਨੂੰ ਫੌਜ 'ਚ ਭਰਤੀ ਜਾਂ ਇਹਨਾਂ ਨੂੰ ਇਹ ਅਹੁਦੇ ਦੇਈਏ। ਉਦੋਂ ਫਿਰ ਹਿੰਦੂਆਂ ਨੇ ਪੈਸੇ ਖਾਤਰ ਜਾਂ ਫਿਰ ਜੌਬ ਖਾਤਰ ਕਹਿ ਲਓ, ਆਪਣਾ ਜਿਹੜਾ ਪਹਿਲਾ ਪੁੱਤਰ ਆ ਉਹ ਸਿੱਖ ਬਣਾਉਣਾ ਸ਼ੁਰੂ ਕਰਤਾ। ਇਹ ਸੱਚਾਈ ਆ। ਤੇ ਇਹਨੂੰ ਵੀ ਦੇਖ ਲਓ ਕਿਵੇਂ ਟਵਿਸਟ ਕੀਤਾ ਹੋਇਆ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 'ਤੇ ਪਹਿਲਾ ਜਿਹੜਾ ਸੰਨ ਸੀਗਾ ਉਹ ਦਿੰਦੇ ਪਏ ਸੀ। ਨੇ ਦੱਸ ਕਿੱਡਾ ਵੱਡਾ ਝੂਠ। ਤੇ ਫਿਰ ਪਤਾ ਕੀ ਕਹਿੰਦੇ ਕਿ ਜਿਹੜੇ 5 ਕਕਾਰ ਸੀ ਨਾ, ਉਹ ਬਸ ਜਿਹੜਾ ਯੁੱਧ ਹੁੰਦਾ ਸੀਗਾ ਉਦੋਂ ਪਹਿਲ ਲੈਂਦੇ ਸੀ, ਘਰੇ ਆ ਕੇ ਫਿਰ ਉਹ ਮੂਰਤੀ ਪੂਜਾ ਕਰਨ ਲੱਗ ਜਾਂਦੇ ਸੀ। ਪਤਾ ਨਹੀਂ ਕੀ ਕੁਛ ਪਿਆ ਇੰਟਰਨੈਟ 'ਤੇ, ਲੋਕ ਪਤਾ ਨਹੀਂ ਕੀ ਕੁਛ ਲਿਖੀ ਜਾਂਦੇ ਆ, ਕੀ ਕੁਛ ਪੜ੍ਹੀ ਜਾਂਦੇ ਆ। ਆਪਣਾ ਧਿਆਨ ਕਿੱਥੇ? ਆਪਾਂ ਨੂੰ ਪਤਾ ਵੀ ਹੈ ਕਿ ਹੋਇਆ ਕੀ ਹੈ, ਆਪਾਂ ਉਹਨਾਂ ਦੀਆਂ ਗੱਲਾਂ ਪੜ੍ਹ ਕੇ ਸੱਚ ਮੰਨੀ ਜਾਂਦੇ ਹਾਂ। ਥੋੜ੍ਹਾ ਜਿਹਾ ਧਿਆਨ ਨਾਲ ਵਿਚਰੋ ਇਸ ਦੁਨੀਆ ਦੇ ਵਿੱਚ, ਕਿਉਂਕਿ ਇਸ ਦੁਨੀਆ ਦੇ ਵਿੱਚ ਤੁਹਾਨੂੰ ਥਾਂ ਥਾਂ 'ਤੇ ਟੋਏ ਦਿਖਣਗੇ। ਡਿੱਗਦੇ ਤੁਰੇ ਜਾਓਗੇ ਤੇ ਅਖੀਰ 'ਤੇ ਤੁਰਨਾ ਵੀ ਮੁਸ਼ਕਲ ਹੋ ਜਾਣਾ ਵਾ। ਸੋ ਜਿਹੜੇ ਮਹੰਤ ਸੀਗੇ, ਆਪਾਂ ਗੱਲ ਕਰਦੇ ਪਏ ਸੀ, ਵਾਪਸ ਆਉਣੇ ਆ। ਜਿਹੜੇ ਮਹੰਤ ਸੀਗੇ ਉਹਨਾਂ ਨੇ ਫਿਰ ਕੁਕਰਮ ਕਰਨੇ ਸ਼ੁਰੂ ਕਰਤੇ। ਆਪਾਂ ਪੜ੍ਹੇ ਹੀ ਆ ਫਿਰ ਸਿੰਘ ਸਭਾ ਮੂਵਮੈਂਟ 'ਚ ਕੀ ਹੋਇਆ ਵਾ। ਅਲੱਗ-ਅਲੱਗ ਗੁਰਦੁਆਰੇ ਜਿਹੜੇ ਆ ਉਹ ਯਾਦ ਕਰਵਾਉਂਦੇ ਕਿ ਜਿਹੜੇ ਕੁਕਰਮ ਕਰਦੇ ਪਏ ਸੀਗੇ ਮਹੰਤ, ਜਾਂ ਚਾਬੀਆਂ ਦਾ ਮੋਰਚਾ ਲੱਗਿਆ। ਉਹ ਕਾਹਦੀਆਂ ਚਾਬੀਆਂ ਸੀਗੀਆਂ? ਕਿਸੇ ਦੇ ਘਰ ਦੀਆਂ ਚਾਬੀਆਂ ਸੀਗੀਆਂ ਉਹ।
ਆਪਾਂ ਨੂੰ ਪਤਾ ਉਹ ਚਾਬੀਆਂ ਕਾਹਦੀਆਂ ਸੀ। ਦੇਖੋ ਅੰਗਰੇਜ਼ਾਂ ਦੇ ਹੱਥ 'ਚ ਕੀ ਕੁਛ ਆ ਗਿਆ ਸੀਗਾ, ਫਿਰ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਵਾਪਸ ਲਿਆ ਸਾਰਾ ਕੁਛ। ਖੈਰ ਜਦੋਂ ਫਿਰ ਮੂਰਤੀਆਂ ਰੱਖੀਆਂ ਗਈਆਂ ਪਰਿਕਰਮਾ ਦੇ ਵਿੱਚ ਤੇ ਆਪਦੀ ਮਨਮਰਜ਼ੀ ਕਰਨ ਲੱਗ ਗਏ ਕੁਛ ਲੋਕ, ਫਿਰ ਸਿੰਘ ਸਭਾ ਮੂਵਮੈਂਟ ਦੇ ਵਿੱਚ ਇਹ ਸਾਰਾ ਕੁਛ ਚੁਕਾਇਆ ਗਿਆ ਕਿ ਵੀ ਗੁਰਬਾਣੀ ਕਹਿੰਦੀ ਆ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ, ਤੇ ਤੁਸੀਂ ਗੁਰਦੁਆਰੇ ਦੇ ਵਿੱਚ ਹੀ ਮੂਰਤੀਆਂ ਰੱਖਤੀਆਂ। ਵਾਹ, ਦੁਨੀਆ ਬਹੁਤ ਹੀ ਅਜੀਬ ਆ। ਸੋ ਜਿਹੜਾ ਆਪਣਾ ਇਤਿਹਾਸ ਆ, ਆਪਣੀ ਗੁਰਬਾਣੀ ਆ ਜਿਹੜੀ, ਉਹਦਾ ਪੱਲਾ ਨਾ ਛੱਡੋ। ਜੇ ਤੁਸੀਂ ਪੱਲਾ ਛੱਡਤਾ ਨਾ ਕਿਸੇ ਇੱਕ ਚੀਜ਼ ਦਾ ਵੀ, ਚਾਹੇ ਇਤਿਹਾਸ ਦਾ ਛੱਡਤਾ ਚਾਹੇ ਗੁਰਬਾਣੀ ਦਾ ਛੱਡਤਾ, ਤੇ ਤੁਸੀਂ ਡੋਲਦੇ ਤੁਰੇ ਜਾਓਗੇ। ਮੈਂ ਐਂ ਨਹੀਂ ਕਹਿੰਦਾ ਕਿ ਜਿਹੜੀ ਗੁਰਬਾਣੀ ਉਹ ਸਫੀਸ਼ੀਐਂਟ ਨਹੀਂ ਹੈਗੀ, ਪਰ ਜੇ ਤੁਹਾਡੇ ਕੋਲ ਇਕੱਲੀ ਗੁਰਬਾਣੀ ਆ ਨਾ, ਜਿਵੇਂ ਇਹ ਸੱਚ ਖੋਜ ਅਕੈਡਮੀ ਵਾਲਾ ਧਰਮ ਸਿੰਘ ਆ, ਫਿਰ ਤੁਸੀਂ ਆਪਣੀ ਮਰਜ਼ੀ ਦੇ ਅਰਥ ਕਰਦੇ ਜਾਓਗੇ। ਮਤਲਬ ਕੁਛ ਹੋਰ ਹੋਊਗਾ, ਉਪਦੇਸ਼ ਕੁਛ ਹੋਰ ਹੋਊਗਾ ਹੁੰਦਾ, ਤੇ ਤੁਸੀਂ ਉਹੀ ਮਨ ਚਿੱਤ ਹੁਕਮ ਕਰਕੇ ਅਰਥ ਕਰੀ ਜਾਣੇ ਹਰੇਕ ਦੇ। ਇਸ ਕਰਕੇ ਗੁਰਬਾਣੀ ਵੀ ਜ਼ਰੂਰੀ ਆ ਤੇ ਇਤਿਹਾਸ ਵੀ ਜ਼ਰੂਰੀ ਆ, ਦੋਨੇ ਚੀਜ਼ਾਂ ਜ਼ਰੂਰੀ ਆ। ਤੇ ਇਸੇ ਚੀਜ਼ ਨਾਲ ਰਿਲੇਟਡ ਹਰਿਮੰਦਰ ਸਾਹਿਬ ਨੂੰ ਵਿਸ਼ਨੂੰ ਮੰਦਰ ਕਹਿਣਾ ਜਾਂ ਕੁਛ ਹੋਰ, ਮਨਜਿੰਦਰ ਸਿੰਘ ਸਿਰਸਾ ਹੋਣਾ ਨੇ FIR ਵੀ ਦਰਜ ਕਰਾਈ ਆ। ਇਹ ਚੀਜ਼ ਮੈਂ ਦੇਖੀ ਆ ਪਿਛਲੇ ਕੁਝ ਸਮੇਂ ਤੋਂ ਕਿ ਮਨਜਿੰਦਰ ਸਿੰਘ ਸਿਰਸਾ ਹੋਣੀ ਕੁਛ ਕੁ ਜਿਹੜੇ ਆਨਲਾਈਨ ਲੋਕ ਗਲਤ ਬੋਲਦੇ ਆ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਆ ਉਹ। ਹਾਲਾਂਕਿ ਰਾਮ ਮੰਦਰ ਦੇ ਸੰਬੰਧਿਤ ਵੀਡੀਓ ਵੀ ਇੱਕ ਆਈ ਸੀ ਕੁਛ ਕੁ ਸਾਲ ਪਹਿਲਾਂ ਦੀ ਗੱਲ ਆ, ਪਰ ਜਦੋਂ ਸਿੱਖੀ ਦੀ ਗੱਲ ਆਉਂਦੀ ਆ ਨਾ ਉਦੋਂ ਉਹ ਅੜਦੇ ਦਿਖਦੇ ਆ। ਮੈਂ ਪਰਸਨਲੀ ਨਹੀਂ ਜਾਣਦਾ ਉਹਨਾਂ ਨੂੰ, ਪਰ ਮੈਂ ਚਾਹੁੰਦਾ ਕਿ ਜਦੋਂ ਵੀ ਕੋਈ ਸਿੱਖੀ ਦੀ ਗੱਲ ਹੋਵੇ, ਜਦੋਂ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਆਉਂਦੀਆਂ, ਤੇ ਜਿਹੜੇ ਆਪਣੇ ਪੋਲੀਟੀਕਲ ਬੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ, ਘੱਟੋ ਘੱਟ ਉਹ ਤਾਂ ਖੜੇ ਹੋਣ। ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਆ। ਆਹ ਮਨਜਿੰਦਰ ਸਿੰਘ ਸਿਰਸਾ ਤੋਂ ਬਿਨਾਂ ਕਿੰਨੇ ਲੋਕ ਬੋਲ ਪਿਆ ਇਹੋ ਜਿਹੀਆਂ ਗੱਲਾਂ 'ਤੇ। ਕੀ ਬਾਦਲ ਬੋਲਿਆ? ਹਰਸਿਮਰਤ ਕੌਰ ਬਾਦਲ ਬੋਲੀ ਆ? ਸਾਰਿਆਂ ਨੂੰ ਜਿਹੜਾ ਵਾ ਉਹ ਕਹਿਣਾ ਚਾਹੀਦਾ ਕਿ ਭਾਈ ਇਹ ਚੀਜ਼ ਗਲਤ ਹੋਈ ਆ। ਜਿੱਥੇ FIR ਦੀ ਜ਼ਰੂਰਤ ਹੋਵੇ ਉੱਥੇ FIR ਵੀ ਦਰਜ ਕਰਾਉਣੀ ਚਾਹੀਦੀ ਆ। ਲਾਸਟ 'ਤੇ ਇੱਕ ਗੱਲ ਮੈਂ ਹੋਰ ਕਹਿ ਦਿੰਦਾ, ਜਦੋਂ ਵੀ ਹਰਿਮੰਦਰ ਸਾਹਿਬ ਦੀ ਗੱਲ ਤੁਰੂਗੀ ਨਾ, ਤੁਸੀਂ ਇਹ ਗੱਲ ਜ਼ਰੂਰ ਸੁਣੋਗੇ ਕਿ ਹਰ ਪਲੱਸ ਮੰਦਰ, ਹਰ ਮਤਲਬ ਵਿਸ਼ਨੂੰ, ਮੰਦਰ ਮਤਲਬ ਟੈਂਪਲ, ਕਿ ਇਹ ਵਿਸ਼ਨੂੰ ਦਾ ਟੈਂਪਲ ਆ, ਐਂ ਅਰਥ ਕਰਦੇ ਆ ਲੋਕ। ਪਰ ਸਹੀ ਮਾਇਨੇ ਦੇ ਵਿੱਚ ਕੀ ਆ? ਹਰ ਮਤਲਬ ਪਰਮਾਤਮਾ। ਤੁਸੀਂ ਮਹਾਨ ਕੁਛ ਖੋਲੋ। ਆ ਜਿੰਨੇ ਵੀ ਤੁਰੇ ਫਿਰਦੇ ਆ, ਭਾਈ ਕਾਹਨ ਸਿੰਘ ਨਾਭੇ ਨਾਲ ਜ਼ਿਆਦਾ ਨਹੀਂ ਪੜ੍ਹੇ ਲਿਖੇ ਜਾਂ ਖੋਜੀ ਹੈਗੇ। ਤੁਸੀਂ ਮਹਾਨ ਕੁਛ ਖੋਲੋ। ਮਹਾਨ ਕੁਛ ਦੇ ਵਿੱਚ ਹਰ ਦੇ 40 ਤੋਂ ਉੱਤੇ ਅਰਥ ਲਿਖੇ ਆ। ਉਹ 'ਚ ਬਾਂਦਰ ਵੀ ਆ ਅਰਥ, ਉਹ 'ਚ ਸ਼ੇਰ ਵੀ ਆ ਅਰਥ, ਉਹ ਚੰਦਰਮਾ ਵੀ ਆ ਅਰਥ। ਹਰ ਦਾ ਮਤਲਬ ਉੱਥੇ ਪਰਮਾਤਮਾ ਵੀ ਆ, ਹਰ ਦਾ ਮਤਲਬ ਵਿਸ਼ਨੂੰ ਵੀ ਹੈਗਾ। ਐਂ ਨਹੀਂ ਕਹਿੰਦਾ ਹਰ ਦਾ ਮਤਲਬ ਵਿਸ਼ਨੂੰ ਨਹੀਂ ਹੈਗਾ, ਪਰ ਜੇ ਤੁਸੀਂ ਪ੍ਰਕਰਣ ਤੋਂ ਬਿਨਾਂ ਅਰਥ ਕਰਦੇ ਨਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਧਰਮ ਸਿੰਘ ਹੋਣਾ ਦੀ, ਪ੍ਰਕਰਣ ਤੋਂ ਬਿਨਾਂ ਜਦੋਂ ਤੁਸੀਂ ਅਰਥ ਕਰੋਗੇ ਔਰ ਤੁਸੀਂ ਫਿਰ ਇਹੋ ਜਿਹੀਆਂ ਗੱਲਾਂ ਹੀ ਕਰੋਗੇ। ਹਰ ਮਤਲਬ ਪਰਮਾਤਮਾ, ਮੰਦਰ ਮਤਲਬ ਘਰ। ਪਰਮਾਤਮਾ ਦਾ ਘਰ ਉਹ ਜਗ੍ਹਾ ਜਿੱਥੇ ਪਰਮਾਤਮਾ ਦੀ ਉਸਤਤ ਹੁੰਦੀ, ਉਹ ਜਗ੍ਹਾ ਜਿੱਥੇ ਕੀਰਤਨ ਹੁੰਦਾ ਵਾ, ਉਹ ਆ ਹਰਿਮੰਦਰ। ਚੌਥਾ ਪੁਆਇੰਟ ਜਿਹੜਾ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਧਰਮ ਪਰਿਵਰਤਨ ਦੀ ਗੱਲ ਕਰਨ ਜਾ ਰਹੇ ਹਾਂ। ਪਿਛਲੇ ਸਾਲ ਸਤੰਬਰ ਦੇ ਵਿੱਚ ਗਲਫ ਨਿਊਜ਼ ਇੱਕ ਨਿਊਜ਼ਪੇਪਰ ਆ, ਉਹਨਾਂ ਨੇ ਇੱਕ ਖਬਰ ਛਾਪੀ ਸੀ ਕਿ ਇੱਕ ਲਵ ਸਟੋਰੀ ਸੀਗੀ ਜਗਜੀਤ ਕੌਰ ਦੀ ਤੇ ਇੱਕ ਮੁਸਲਮਾਨ ਸੀ। ਇਹ ਪਾਕਿਸਤਾਨ ਦੀ ਗੱਲ ਆ। ਜਿਹੜੀ ਉਹਨਾਂ ਦੀ ਲਵ ਸਟੋਰੀ ਸੀ ਉਹਨੂੰ ਗਲਤ ਸਮਝ ਲਿਆ ਗਿਆ ਤੇ ਇਹ ਕਿਹਾ ਗਿਆ ਕਿ ਭਾਈ ਜਿਹੜਾ ਮੁਸਲਮਾਨ ਸੀਗਾ ਬੰਦਾ, ਉਹ ਜਿਹੜੀ ਉਹ ਸਿੱਖ ਲੜਕੀ ਸੀਗੀ ਉਹਨੂੰ ਗਨ ਪੁਆਇੰਟ 'ਤੇ ਲੈ ਗਿਆ। ਇਹ ਕਾਫੀ ਉਦੋਂ ਚਰਚਾ ਦੇ ਵਿੱਚ ਆਈ ਸੀਗੀ ਨਿਊਜ਼ ਕਿ ਧਰਮ ਪਰਿਵਰਤਨ ਕੀਤਾ ਗਿਆ। ਗ੍ਰੰਥੀ ਦੀ ਲੜਕੀ ਸੀਗੀ ਉਹ। ਫਿਰ ਇਹ ਵੀ ਕਿਹਾ ਗਿਆ ਕਿ ਨਹੀਂ ਜੀ, ਉਹਨੇ ਆਪਣੀ ਮਰਜ਼ੀ ਨਾਲ ਕੀਤਾ ਵਾ, ਉਹਨੇ ਐਂ ਨਹੀਂ ਕਿ ਕਿਸੇ ਦੇ ਦਬਾਅ ਹੇਠ ਕੀਤਾ, ਆਪਣੀ ਮਰਜ਼ੀ ਨਾਲ ਆਪਣਾ ਧਰਮ ਪਰਿਵਰਤਨ ਕੀਤਾ। ਸਿੱਖ ਸੀਗੀ, ਸਿੱਖ ਤੋਂ ਮੁਸਲਮਾਨ ਬਣੀ, ਫਿਰ ਨਿਕਾਹ ਕੀਤਾ ਉਹਦੇ ਨਾਲ। 2 ਪੁਆਇੰਟ ਇੱਥੇ ਮੈਂ ਰੱਖਣੇ ਚਾਹੁੰਦਾ ਵਾ, ਦੋਨੇ ਐਂਗਲ ਤੋਂ ਆਪਾਂ ਇਹ ਗੱਲ ਦੇਖਦੇ ਹਾਂ। ਪਹਿਲੀ ਇਹ ਗੱਲ ਕਿ ਉਹਦਾ ਧਰਮ ਪਰਿਵਰਤਨ ਕੀਤਾ ਗਿਆ ਗਨ ਪੁਆਇੰਟ 'ਤੇ। ਕਿੱਡੀ ਗਲਤ ਗੱਲ ਆ ਇਹ। ਮਤਲਬ ਉਹੀ ਗੱਲ ਹੋ ਗਈ ਮੁਗਲਾਂ ਵਾਲੀਆਂ ਅਤੇ ਤੁਰਕਾਂ ਵਾਲੀਆਂ ਗੱਲਾਂ ਹੋ ਗਈਆਂ ਕਿ ਇੰਡੀਆ ਦੇ ਵਿੱਚ ਆਉਂਦੇ ਸੀਗੇ ਅਤੇ ਜਿਹੜੀਆਂ ਇੱਥੋਂ ਦੀਆਂ ਬੀਬੀਆਂ ਸੀਗੀਆਂ ਉਹ ਲੈ ਜਾਂਦੇ ਸੀਗੇ। ਕੁਛ ਕੁ ਉਹਨਾਂ ਦੀ ਜਿਹੜੀ ਪੈਦਾਇਸ਼ ਆ ਉਹ ਹਜੇ ਵੀ ਹੈਗੀ ਆ ਨਾ, ਉਹਨਾਂ ਨੇ ਹਰਕਤਾਂ ਛੱਡੀਆਂ ਨਹੀਂ। ਇਹ ਕਿੰਨੀ ਮਾੜੀ ਗੱਲ।
ਕਿ ਗਨ ਪੁਆਇੰਟ 'ਤੇ ਤੁਸੀਂ ਕਿਸੇ ਨੂੰ ਚੱਕ ਕੇ ਲੈ ਜਾਂਦੇ ਆ ਅਤੇ ਉਹਦਾ ਧਰਮ ਪਰਿਵਰਤਨ ਕਰਾਉਣੇ ਆ ਅਤੇ ਵਿਆਹ ਵੀ ਕਰਾਉਣੇ ਆ। ਇਹ ਇਕੱਲੀ ਸਿੱਖਾਂ ਦੀ ਗੱਲ ਨਹੀਂ ਹੈਗੀ, ਕਿਤੇ ਵੀ ਹੋ ਰਹੀ ਆ ਗੱਲ, ਚਾਹੇ ਉਹ ਮੁਸਲਮਾਨਾਂ ਨਾਲ ਹੋਈ ਹੋਵੇ, ਹਿੰਦੂਆਂ ਨਾਲ ਹੋਈ ਹੋਵੇ, ਈਸਾਈਆਂ ਨਾਲ ਹੋਈ ਹੋਵੇ, ਬੋਧੀਆਂ ਨਾਲ ਹੋਈ ਹੋਵੇ, ਕੋਈ ਟਰਾਈਬਲ ਜਿਹੜੇ ਰਿਲੀਜਨਸ ਹੁੰਦੇ ਆ ਉਹਨਾਂ ਨਾਲ ਹੋਈ ਹੋਵੇ। ਇਹ ਗਲਤ ਕਿੰਨੀ ਆ ਗੱਲ ਕਿ ਤੁਸੀਂ ਕਿਸੇ ਨੂੰ ਫੋਰਸ ਕਰ ਰਹੇ ਆ ਉਹਦਾ ਧਰਮ ਚੇਂਜ ਕਰਨ ਲਈ। ਇੱਕ ਪਾਕਿਸਤਾਨੀ ਅਖਬਾਰ ਆ ਦਾ ਐਕਸਪ੍ਰੈਸ ਟ੍ਰਿਬਿਊਨ ਕਰਕੇ, ਜਿਵੇਂ ਦਾ ਟ੍ਰਿਬਿਊਨ ਆ ਨਾ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕਹਿ ਲਓ, ਉਵੇਂ ਉੱਧਰ ਦਾ ਐਕਸਪ੍ਰੈਸ ਟ੍ਰਿਬਿਊਨ ਕਰਕੇ ਆ। ਉਹ 'ਚ ਇੱਕ ਰਾਈਟਰ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਇਮਰਾਨ ਖਾਨ ਆ ਉਹ ਮੋਦੀ ਨੂੰ ਕਹਿੰਦਾ ਕਿ ਤੇਰੇ ਰਾਜ ਦੇ ਵਿੱਚ ਮੁਸਲਮਾਨ ਸੁਰੱਖਿਅਤ ਨਹੀਂ ਹੈਗੇ ਅਤੇ ਤੈਨੂੰ ਧਿਆਨ ਦੇਣਾ ਚਾਹੀਦਾ। ਉਹ ਰਾਈਟਰ ਕਹਿੰਦਾ ਕਿ ਤੁਸੀਂ ਦੇਖੋ ਮੁਸਲਮਾਨਾਂ ਵਾਲੀ ਆਪਣੀ ਕੰਟਰੀ ਆ, ਮੈਜੋਰਿਟੀ ਦੇ ਵਿੱਚ ਮੁਸਲਮਾਨ ਆ ਅਤੇ ਇੱਥੇ ਮਾਈਨੋਰਿਟੀ ਜਿਹੜੀ ਆ ਉਹ ਖਤਰੇ 'ਚ ਆ। ਤੁਸੀਂ ਮੋਦੀ ਨੂੰ ਤਾਂ ਕਹਿਤਾ ਪਹਿਲਾਂ ਆਪਣੇ ਥੱਲੇ ਸੋਟਾ ਫੇਰੋ ਨਾ, ਕਿ ਤੁਹਾਡੇ ਦੇਸ਼ ਦੇ ਵਿੱਚ ਇਹ ਚੀਜ਼ਾਂ ਨਹੀਂ ਹੋ ਰਹੀਆਂ ਕਿ ਤੁਸੀਂ ਦੂਜਿਆਂ ਨੂੰ ਕਹਿ ਰਹੇ ਆ। ਸਾਰੇ ਕਿਤੇ ਇਹ ਚੀਜ਼ ਆ। ਤੁਸੀਂ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਰਹਿ ਰਹੇ ਹੋ, ਤੁਸੀਂ ਇਹ ਦੇਖੋਗੇ ਕਿ ਆਪਣੀ ਕੰਟਰੀ ਨੂੰ ਕਹਿਣਗੇ ਬਹੁਤ ਵਧੀਆ ਅਤੇ ਦੂਜਿਆਂ ਨੂੰ ਮਾੜਾ ਕਹਿਣਗੇ। ਕੁਛ ਕੁ ਜਿਹੜੀ ਰਿਸਪੋਂਸੀਬਿਲਿਟੀ ਆ ਉਹ ਲੈਣੀ ਚਾਹੀਦੀ ਹੈ ਅਤੇ ਕਹਿਣਾ ਚਾਹੀਦਾ ਕਿ ਹਾਂ ਭਾਈ ਸਾਡੇ ਦੇਸ਼ 'ਚ ਇਹ ਚੀਜ਼ਾਂ ਜਿਹੜੀਆਂ ਉਹ ਗਲਤ ਹੋ ਰਹੀਆਂ ਵਾ, ਤੁਹਾਡੇ ਦੇਸ਼ 'ਚ ਵੀ ਹੋ ਰਹੀਆਂ ਵਾ ਪਰ ਸਾਡੇ ਦੇਸ਼ 'ਚ ਵੀ ਹੋ ਰਹੀਆਂ ਵਾ। ਕਿਸੇ ਦਾ ਧਰਮ ਜਿਹੜਾ ਵਾ ਉਹ ਲਾਲਚ ਦੇ ਕੇ, ਜਿਵੇਂ ਹੁਣ ਤੁਸੀਂ ਪੰਜਾਬ ਦੀ ਗੱਲ ਕਰੋ, ਈਸਾਈਆਂ ਨੇ ਇਹ ਬਹੁਤ ਵਿੱਢਿਆ ਹੋਇਆ ਕੰਮ ਕਿ ਪੈਸੇ ਦੇ ਕੇ, ਦਵਾਈਆਂ ਦੇ ਕੇ, ਭਰਮਾ ਕੇ ਉਹਨਾਂ ਨੂੰ, ਸਿੱਖਾਂ ਨੂੰ ਅਤੇ ਈਸਾਈ ਬਣਾ ਰਹੇ ਆ। ਪਿੱਛੇ ਜੇ ਬਹੁਤ ਵੱਡੇ ਵੱਡੇ ਆਰਟੀਕਲ ਛਪੇ ਸੀਗੇ ਅਜੀਤ ਦੇ ਵਿੱਚ ਕਿ ਇਹਨਾਂ ਦੇ ਡੇਰੇ ਦੇਖੋ ਕਿੱਡੇ ਵੱਡੇ ਵੱਡੇ ਬਣ ਗਏ ਆ। ਪ੍ਰਚਾਰ ਕਰਨਾ ਗਲਤ ਨਹੀਂ ਗਾ, ਤੁਸੀਂ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਈਸਾਈ ਆ, ਕੋਈ ਵੀ ਧਰਮ ਦੇ ਆ, ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ। ਪਰ ਪੰਜਾਬ 'ਚ ਜਿਹੜਾ ਈਸਾਈ ਪ੍ਰਚਾਰ ਕਰ ਰਹੇ ਆ ਉਹ ਕੋਈ ਪ੍ਰਚਾਰ ਨਹੀਂ ਹੈਗਾ। ਕੋਈ ਕਿੱਡੀ ਬੇਵਕੂਫ ਆ ਲੋਕ ਜਿਹੜੇ ਉਹਨਾਂ ਦੀ ਗੱਲਾਂ ਦੇ ਵਿੱਚ ਆ ਰਹੇ ਆ। ਜਾਂ ਤਾਂ ਹੋਵੇ ਤੁਸੀਂ ਬਹੁਤ ਵਧੀਆ ਪ੍ਰਚਾਰ ਕੀਤਾ, ਤੁਸੀਂ ਆਰਗੂਮੈਂਟ ਲੈ ਕੇ ਆਏ, ਉਹ ਠੀਕ ਆ ਗੱਲਾਂ, ਆਵੇਂ ਉਲੂ ਲੂ 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 ਕਰਕੇ ਕੌਣ ਆਪਣੇ ਧਰਮ ਦੇ ਵਿੱਚ ਪਰਿਵਰਤਨ ਕਰਾਉਂਦਾ ਯਾਰ। ਪਤਾ ਨਹੀਂ ਲੋਕਾਂ ਨੂੰ, ਪੰਜਾਬ ਦਿਆਂ ਨੂੰ ਕੀ ਹੋਇਆ। ਜਿਵੇਂ ਆਪਾਂ ਪਹਿਲੇ ਐਪੀਸੋਡ 'ਚ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕ ਭੋਲੇ ਬਹੁਤ ਹੁੰਦੇ ਆ ਅਤੇ ਭੋਲੇ ਲੋਕਾਂ ਨੂੰ ਭਰਮਾਇਆ ਜਾਂਦਾ ਵਾ। ਇਹਨਾਂ ਨੇ ਭਰਮਾਇਆ ਹੀ ਆ। ਜਾਂ ਫਿਰ ਆਹ ਗਨ ਪੁਆਇੰਟ ਵਾਲੀ ਜਿਹੜੀ ਗੱਲ ਆ ਗਈ ਆ ਪਾਕਿਸਤਾਨ ਦੇ ਵਿੱਚ। ਦੂਜਾ ਪੁਆਇੰਟ ਇਹ ਆ ਕਿ ਮੰਨ ਲਓ ਕਿ ਉਹਦਾ ਧਰਮ ਪਰਿਵਰਤਨ ਗਨ ਪੁਆਇੰਟ 'ਤੇ ਨਹੀਂ ਹੋਇਆ, ਉਹਨੇ ਆਪ ਕਰਾਇਆ ਪਿਆਰ ਦੀ ਖਾਤਰ, ਜਾਂ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਕਹਿੰਦੇ ਆ ਕਿ ਪਿਆਰ ਕਰਕੇ ਜੀ ਮੈਂ ਧਰਮ ਪਰਿਵਰਤਨ ਕਰਾ ਰਿਹਾ, ਲੜਕੀ ਕਰਕੇ ਜਾਂ ਲੜਕੇ ਕਰਕੇ। ਇਹ ਵੀ ਗਲਤ ਆ ਗੱਲ। ਤੁਹਾਡੇ ਘਰਦਿਆਂ ਨੇ ਤੁਹਾਨੂੰ ਦੇਖੋ ਪਾਲਿਆ ਪੋਸਿਆ, ਤੁਹਾਨੂੰ ਧਰਮ ਦਾ ਰਸਤਾ ਦਿਖਾਇਆ ਅਤੇ ਤੁਸੀਂ ਉਹ ਧਰਮ ਦੇ ਰਸਤੇ ਨੂੰ ਛੱਡ ਰਹੇ ਆ ਸਿਰਫ ਇੱਕ ਇਨਸਾਨ ਕਰਕੇ। ਤੁਹਾਡੇ ਅੰਦਰ ਮਤਲਬ ਕਿ ਜਿਹੜੇ ਸਿੱਖੀ ਦੀ ਲਾਟ ਸੀਗੀ ਜਾਂ ਸਿੱਖੀ ਲਈ ਪਿਆਰ ਸੀਗਾ ਉਹ ਹੈ ਹੀ ਨਹੀਂ ਸੀਗਾ ਕਦੇ, ਵੀ ਤੁਸੀਂ ਇੱਕ ਇਨਸਾਨ ਲਈ ਆਪਣਾ ਧਰਮ ਛੱਡਤਾ। ਵੀ ਇੰਨੇ ਕੱਚੇ ਹੋ ਗਏ ਆ ਆਪਾਂ। ਉਦੋਂ ਸਿੱਖਾਂ ਦੇ ਸਿਰਾਂ ਦੇ ਇੰਨੇ ਮੁੱਲ ਪੈਂਦੇ ਸੀ, ਮਾਵਾਂ ਨੇ ਆਪਣੇ ਗਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਟੋਟੇ ਕਰਕੇ ਹਾਰ ਪਵਾਏ ਸੀਗੇ। ਉਹਨਾਂ ਨੇ ਧਰਮ ਨਹੀਂ ਛੱਡਿਆ ਆਪਣਾ। ਅਤੇ ਆਪਾਂ ਕਹਿੰਦੇ ਜੀ ਮੈਨੂੰ ਪਿਆਰ ਹੋ ਗਿਆ, ਇਹ ਜਿਹੜੇ ਧਰਮ ਧੁਰਮ ਆ ਇਹ ਤਾਂ ਆਵੇਂ ਹੀ ਹੁੰਦੇ ਆ, ਪਿਆਰ ਹੋ ਗਿਆ ਅਤੇ ਪਿਆਰ ਇਸ ਚੀਜ਼ਾਂ ਨਹੀਂ ਦੇਖਦਾ। ਮਰਿਆਦਾ ਕਿੱਥੇ ਗਈ? ਮਰਿਆਦਾ ਤਾਂ ਕਹਿੰਦੀ ਹੈ ਕਿ ਸਿੱਖ ਦਾ ਸਿੱਖ ਨਾਲ ਹੀ ਵਿਆਹ ਹੋਵੇ। ਕਿੱਧਰ ਨੂੰ ਜਾ ਰਹੇ ਹਾਂ ਆਪਾਂ ਨੂੰ ਪਤਾ ਹੀ ਨਹੀਂ ਮਰਿਆਦਾ ਬਾਰੇ। ਉਹ ਜਿਹੜੀ ਕੁੜੀ ਆ ਉਹ ਟੀਨਏਜਰ ਸੀਗੀ, ਕਈ ਉਹਨੂੰ ਅਡਲਟ ਵੀ ਕਹਿੰਦੇ, ਉਸ ਪੁਆਇੰਟ 'ਤੇ ਵੀ ਆਪਾਂ ਆਉਣੇ ਆ। ਉਹਨੂੰ ਪਤਾ ਹੀ ਨਹੀਂ ਲੱਗਿਆ ਸਿੱਖ ਧਰਮ ਬਾਰੇ ਥੋੜ੍ਹਾ ਬਹੁਤਾ ਵੀ, ਜੇ ਉਹਨੇ ਮੰਨ ਲਓ ਕਿ ਆਪਣੀ ਮਰਜ਼ੀ ਨਾਲ ਕੀਤਾ ਵਾ। ਕਿਉਂਕਿ ਆਪਾਂ ਦੋਨੇ ਪੁਆਇੰਟ ਦੇਖਣੇ ਚਾਹੁੰਦੇ ਹਾਂ। ਮੈਂ ਉਸ ਕੁੜੀ ਨੂੰ ਪਰਸਨਲੀ ਨਹੀਂ ਜਾਣਦਾ, ਜਿਹੜਾ ਕੁਛ ਆਪਾਂ ਪੜ੍ਹਿਆ ਵਾ ਨਿਊਜ਼ ਦੇ ਵਿੱਚ ਜਾਂ ਸੁਣਿਆ ਵਾ। ਮਨਜਿੰਦਰ ਸਿੰਘ ਸਿਰਸਾ ਹੁਣਾਂ ਨੇ ਇੱਕ ਆਡੀਓ ਵੀ ਪਾਈ ਸੀਗੀ ਇਹਦੇ ਬਾਰੇ, ਜਿਹੜਾ ਉਹ ਫੈਸਲਾ ਆਇਆ ਲਾਹੌਰ ਹਾਈ ਕੋਰਟ ਦਾ। ਜਿਹੜਾ ਆਪਾਂ ਪੜ੍ਹਿਆ ਵਾ ਜਾਂ ਸੁਣਿਆ ਆਪਾਂ ਉਹਦੇ ਬੇਸਿਸ 'ਤੇ ਗੱਲ ਕਰਦੇ ਹਾਂ। ਜਾਂ ਤਾਂ ਹੋਵੇ ਆਪਾਂ ਪਰਸਨਲੀ ਜਾਣਦੇ ਹੋਈਏ ਕਿਸੇ ਨੂੰ, ਆਪਾਂ ਨੂੰ ਸਾਰੀ ਗੱਲ ਦਾ ਪਤਾ ਹੋਵੇ। ਹੁਣ ਉਹ 100% ਕਨਵਿਕਸ਼ਨ ਦੇ ਨਾਲ ਸਿਰਫ ਉਹ ਕੁੜੀ ਦੱਸ ਸਕਦੀ ਆ ਕਿ ਉਹਦਾ ਧਰਮ ਜਿਹੜਾ ਵਾ ਉਹ ਆਪਣੀ ਮਰਜ਼ੀ ਨਾਲ ਪਰਿਵਰਤਨ ਕੀਤਾ ਉਹਨੇ ਜਾਂ ਫਿਰ ਗਨ ਪੁਆਇੰਟ 'ਤੇ ਹੋਇਆ। ਉਹਦੇ ਮਾਂ-ਬਾਪ ਜ਼ਰੂਰ ਸੋਚਦੇ ਹੋਣਗੇ ਕਿ ਵੀ ਸਾਡੀ ਕੁੜੀ ਐਂ ਨਹੀਂ ਕਰ ਸਕਦੀ, ਇਹ ਵੀ ਪੁਆਇੰਟ ਹੋ ਸਕਦਾ। ਜਾਂ ਉਹਨਾਂ ਦੇ ਮਾਂ-ਬਾਪ ਦੇ ਸਾਹਮਣੇ ਉਹ ਗਨ ਪੁਆਇੰਟ 'ਤੇ ਲੈ ਕੇ ਗਿਆ ਹੋਵੇ, ਇਹ ਵੀ ਹੋ ਸਕਦਾ। ਦੋਨੇ ਚੀਜ਼ਾਂ ਹੋ ਸਕਦੀਆਂ ਵਾ ਅਤੇ ਦੋਨੇ ਪੱਖ ਜਿਹੜੇ ਆ ਉਹ ਵਿਚਾਰਨੇ ਚਾਹੀਦੇ ਆ।
ਪਹਿਲਾਂ ਤਾਂ ਵਿਚਾਰ ਲਿਆ, ਗਨ ਪੁਆਇੰਟ 'ਤੇ ਲੈ ਕੇ ਗਏ। ਦੂਜਾ ਵੀ ਵਿਚਾਰ ਲਿਆ ਕਿ ਭਾਈ ਇਹ ਚੀਜ਼ ਗਲਤ ਆ, ਇਹ ਆਪਾਂ ਨੂੰ ਸਿੱਖੀ ਦੇ ਅਸੂਲਾਂ ਬਾਰੇ ਨਹੀਂ ਪਤਾ। ਇਹ ਆਏ ਨਹੀਂ ਕਿ ਇਕੱਲੇ ਪਾਕਿਸਤਾਨ ਦੇ ਵਿੱਚ ਆ, ਤੁਸੀਂ ਇੰਡੀਆ ਦੇ ਵਿੱਚ ਵੀ ਦੇਖੋ ਬਹੁਤ ਸਾਰੇ ਸਿੱਖ ਇਹੋ ਜਿਹੇ ਆ ਜਿਹੜੇ ਨੌਨ ਸਿੱਖ ਨਾਲ ਵਿਆਹੇ ਹੋਏ ਆ। ਮੈਂ ਖੁਦ ਐਗਜ਼ਾਮਪਲ ਦੇਖੀ ਆ ਆਪਣੇ ਸਾਹਮਣੇ, ਆਪਣੇ ਦੋਸਤਾਂ 'ਚੋਂ। ਅਤੇ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਨਾ ਸਿੱਖ ਦਾ ਜਿਹੜਾ ਵਿਆਹ ਵਾ ਉਹ ਸਿੱਖਾਂ ਨਾਲ ਹੀ ਹੋਣਾ ਚਾਹੀਦਾ, ਜਾਂ ਸਿੱਖ ਅਤੇ ਹਿੰਦੂ ਦਾ ਵਿਆਹ ਨਹੀਂ ਹੋ ਸਕਦਾ, ਸਿੱਖ ਅਤੇ ਮੁਸਲਮਾਨ ਦਾ ਵਿਆਹ ਨਹੀਂ ਹੋ ਸਕਦਾ, ਲੋਕ ਕਹਿੰਦੇ ਕਿ ਤੁਸੀਂ ਨਫ਼ਰਤ ਫੈਲਾਉਣੇ ਆ। ਵੀ ਇਹ 'ਚ ਕਿਹੜੀ ਨਫ਼ਰਤ ਹੋ ਗਈ? ਜਿਹੜੀ ਮਰਿਆਦਾ ਵਾ, ਮਰਿਆਦਾ ਦੀ ਗੱਲ ਹੋ ਰਹੀ ਹੈ ਇੱਥੇ। ਅਸੀਂ ਐਂ ਥੋੜ੍ਹੀ ਕਹਿੰਦੇ ਕਿ ਤੁਹਾਡਾ ਧਰਮ ਮਾੜਾ ਤਾਂ ਕਰਕੇ ਨਹੀਂ ਵਿਆਹੁਣਾ। ਇਹਦੀ ਬਹੁਤ ਹੀ ਇੱਕ ਨਾ ਸਿੰਪਲ ਜਿਹਾ ਤਰੀਕਾ ਵਾ ਇਹਨੂੰ ਦੇਖਣ ਦਾ। ਆਪਾਂ ਹਿੰਦੂ ਸਿੱਖ ਦੀ ਗੱਲ ਕਰਦੇ ਹਾਂ ਇਸ ਐਗਜ਼ਾਮਪਲ ਦੇ ਵਿੱਚ। ਸਿੱਖ ਕਹਿੰਦਾ ਕਿ ਮੈਂ ਮੂਰਤੀ ਦੀ ਪੂਜਾ ਨਹੀਂ ਕਰਨੀ, ਹਿੰਦੂ ਕਹਿੰਦਾ ਮੈਂ ਮੂਰਤੀ ਦੀ ਪੂਜਾ ਹੀ ਕਰਨੀ ਆ। ਕਿਵੇਂ ਬੈਲੈਂਸ ਹੋਊਗਾ ਉਹਨਾਂ ਦੀ ਵਿਆਹ ਵਾਲੀ ਜ਼ਿੰਦਗੀ ਦੇ ਵਿੱਚ? ਦੂਜੀ ਐਗਜ਼ਾਮਪਲ ਸਿੱਖ ਆ ਅਤੇ ਮੁਸਲਮਾਨ। ਸਿੱਖ ਕਹਿੰਦਾ ਕਿ ਭਾਈ ਮੈਂ ਜਿਹੜਾ ਵਾ ਗੁਰੂ ਸਾਹਿਬਾਨ ਨੂੰ ਮੰਨਣਾ, ਮੁਸਲਮਾਨ ਕਹਿੰਦਾ ਕਿ ਅਖੀਰਲੇ ਪੈਗੰਬਰ ਜਿਹੜੇ ਆ ਉਹ ਮੁਹੰਮਦ ਸਾਹਿਬ ਆ। ਕਿਵੇਂ ਤਰੋਂਗੇ ਆਪਣੀ ਵਿਆਹ ਵਾਲੀ ਜ਼ਿੰਦਗੀ ਦੇ ਵਿੱਚ? ਤੀਜੀ ਐਗਜ਼ਾਮਪਲ ਲੈ ਲਓ, ਸਿੱਖ ਕਹਿੰਦਾ ਕਿ ਭਾਈ ਮੈਂ ਸਿਰਫ ਗੁਰਬਾਣੀ ਨੂੰ ਗੁਰੂ ਮੰਨਦਾ, ਗੁਰੂ ਸਾਹਿਬਾਨਾਂ ਨੂੰ ਗੁਰੂ ਮੰਨਦਾ। ਕ੍ਰਿਸਚੀਅਨ ਕਹਿੰਦਾ ਕਿ ਨਹੀਂ ਭਾਈ, ਜਿਹੜਾ ਜੀਸਸ ਕ੍ਰਾਈਸਟ ਸੀਗਾ, ਹੀ ਡਾਈਡ ਫॉर ਆਵਰ ਸਿਨਸ ਐਂਡ ਦ ਓਨਲੀ ਵੇ ਇਜ਼ ਥਰੂ ਜੀਸਸ। ਕਿਵੇਂ ਤੁਰੋਂਗੇ ਤੁਸੀਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ? ਸੋ ਜਿਹੜੇ ਅਸੂਲ ਹੁੰਦੇ ਆ ਨਾ ਉਹ ਸੇਮ ਹੋਣੇ ਚਾਹੀਦੇ ਆ, ਕਿਉਂਕਿ ਵਿਆਹ ਦਾ ਮਨੋਰਥ ਇਹ ਨਹੀਂ ਹੁੰਦਾ ਕਿ ਭਾਈ ਤੁਸੀਂ ਕਿਸੇ ਨੂੰ ਵਿਆਹ ਕੇ ਲੈ ਆਏ, ਜਿਹੜੇ ਬੱਚੇ ਤੁਹਾਡੇ ਉਹ ਹੋ ਗਏ ਉਹਨਾਂ ਨੂੰ ਤੁਸੀਂ ਪਾਲ ਪੋਸ ਕੇ ਵੱਡਾ ਕਰਤਾ। ਵਿਆਹ ਦਾ ਇਹ ਕੋਈ ਮਨੋਰਥ ਨਹੀਂ ਗਾ। ਵਿਆਹ ਤੋਂ ਬਾਅਦ ਜਿਹੜੀ ਸਿੱਖੀ ਆ ਉਹ 'ਚ ਤੁਸੀਂ ਪਰਿਪੱਕ ਹੈਗੇ ਆ ਕਿ ਨਹੀਂ, ਬਾਣੀ ਪੜ੍ਹਦੇ ਆ ਕਿ ਨਹੀਂ, ਭਜਨ ਬੰਦਗੀ ਕਰਦੇ ਆ ਕਿ ਨਹੀਂ, ਉਹ ਸਭ ਕੁਝ ਛੁੱਟ ਗਿਆ ਤੁਹਾਡਾ। ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਵਾ। ਸੋ ਜਿਹੜਾ ਕੇਸ ਚੱਲਿਆ ਜੀ ਫਿਰ ਇਹ ਲਾਹੌਰ ਹਾਈ ਕੋਰਟ ਦੇ ਵਿੱਚ ਜਗਜੀਤ ਕੌਰ ਦਾ, ਜਿਹੜਾ ਜੱਜ ਸੀਗਾ, ਜੱਜ ਕਹਿੰਦਾ ਕਿ ਨੈਸ਼ਨਲ ਡੇਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ ਜਿਹੜੀ ਆ, ਜਿਹਨੂੰ ਉਹ ਨਾਡਰਾ ਕਹਿੰਦੇ ਆ, ਉਹਦੇ 'ਚ ਜਿਹੜਾ ਲਿਖਿਆ ਵਾ ਉਹਦੀ ਏਜ ਕੁੜੀ ਦੀ ਅਸੀਂ ਉਹੀ ਮੰਨਣੀ, ਜਿਹੜਾ ਸਕੂਲ ਲਿਵਿੰਗ ਸਰਟੀਫਿਕੇਟ ਆ ਅਸੀਂ ਉਹਨੂੰ ਨਹੀਂ ਮੰਨਣਾ। ਇਹ ਫੈਸਲਾ ਸੁਣਾਇਆ ਅਤੇ ਕਹਿੰਦੇ ਕਿ ਭਾਈ ਜਿਹੜੀ ਕੁੜੀ ਆ ਉਹਨੂੰ ਅਸੀਂ ਹਵਾਲੇ ਨਹੀਂ ਕਰ ਸਕਦੇ ਮਾਂ ਬਾਪ ਦੇ, ਉਹਨੂੰ ਮਾਰ ਦੇਣਗੇ ਅਤੇ ਆਪਦੀ ਮਰਜ਼ੀ ਨਾਲ ਉਹ ਆਪਣੇ ਜਿਹੜਾ ਉਹਦਾ ਘਰ ਵਾਲਾ ਮੁਸਲਮਾਨ ਉਹਦੇ ਨਾਲ ਜਾ ਕੇ ਰਹਿ ਸਕਦੀ ਹੈ। ਇਹ ਚੈਲੰਜ ਕਰਦੇ ਆ ਅੱਗੇ ਜਾਂ ਨਹੀਂ ਕਰਦੇ ਉਹ ਨਹੀਂ ਪਤਾ, ਪਰ ਇਹ ਗਲਤ ਹੋਇਆ, ਦੋਨੇ ਪੱਖਾਂ ਤੋਂ ਹੀ ਗਲਤ ਹੋਇਆ। ਗਨ ਪੁਆਇੰਟ 'ਤੇ ਰਹਿ ਗਿਆ ਉਹ ਤਾਂ ਗਲਤ ਹੋਇਆ ਹੀ ਹੋਇਆ। ਕੁੜੀ ਨੇ ਆਪਣਾ ਧਰਮ ਪਰਿਵਰਤਨ ਜੇ ਆਪਣੇ ਆਪ ਕਰਾਇਆ ਉਹ ਵੀ ਗਲਤ ਹੋਇਆ। ਪੰਜਵਾਂ ਅਤੇ ਅਖੀਰਲਾ ਟੌਪਿਕ ਜਿਹੜਾ ਆਪਣਾ ਹੈਗਾ ਉਹ ਹੈਗਾ ਫੇਕ ਇਨਕਾਊਂਟਰਸ। ਜੰਮੂ ਕਸ਼ਮੀਰ ਦੇ ਵਿੱਚ 3 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਫੌਜ ਵੱਲੋਂ। ਇੱਕ 17 ਦਾ ਸੀਗਾ, ਇੱਕ 19 ਦਾ ਸੀਗਾ ਅਤੇ ਇੱਕ 25 ਸਾਲ ਦਾ ਸੀਗਾ। ਉਹਨਾਂ ਦਾ ਕਹਿੰਦੇ ਕੋਈ ਲਿੰਕ ਨਹੀਂ ਸੀਗਾ, ਜਿਹੜੇ ਉੱਥੇ ਲੋਕਾਂ ਨੇ ਹਥਿਆਰ ਚੁੱਕੇ ਹੋਏ ਉਹਨਾਂ ਨਾਲ ਕੋਈ ਲਿੰਕ ਨਹੀਂ ਸੀਗਾ ਉਹਨਾਂ ਦਾ, ਫਿਰ ਵੀ ਗੋਲੀ ਮਾਰਤੀ। ਉਹਦੀ ਪ੍ਰੋਬ ਜਿਹੜੀ ਆ ਉਹ ਚੱਲਦੀ ਪਈ ਆ। ਇਹ ਹਮੇਸ਼ਾ ਤੋਂ ਹੀ ਰਿਹਾ ਵਾ ਪੰਜਾਬ ਦੇ ਵਿੱਚ। ਆਪਾਂ ਦੇਖਿਆ 80-90 'ਚ ਨਾਰਥ ਈਸਟਰਨ ਪਾਰਟ ਦੇ ਵਿੱਚ ਚਲੇ ਜਾਓ, ਕਸ਼ਮੀਰ ਚਲੇ ਜਾਓ, ਅਤੇ ਇਕੱਲਾ ਇਹ ਇੰਡੀਆ ਦੇ ਵਿੱਚ ਨਹੀਂ ਗਾ, ਤੁਸੀਂ ਅਮਰੀਕਾ ਦੇ ਵਿੱਚ ਦੇਖ ਲਓ ਬਲੈਕ ਪੀਪਲ ਨਾਲ ਕੀ ਹੁੰਦਾ, ਚਾਈਨਾ ਜਿਹੜੇ ਮੁਸਲਮਾਨ ਉਹਨਾਂ ਨਾਲ ਕੀ ਹੁੰਦਾ ਉਹ ਦੇਖ ਲਓ, ਬਲੋਚਿਸਤਾਨ 'ਚ ਕੀ ਹੁੰਦਾ ਉਹ ਦੇਖ ਲਓ, ਪੈਲਸਟੀਨੀਅਨਸ ਨਾਲ ਕੀ ਹੁੰਦਾ ਉਹ ਦੇਖ ਲਓ। ਸਾਰੇ ਕਿਤੇ ਇਹ ਆ ਕਿ ਤੁਸੀਂ ਪ੍ਰੋਟੈਸਟ ਕਰਦੇ, ਤੁਸੀਂ ਕਹਿੰਦੇ ਕਿ ਇਹ ਚੀਜ਼ ਗਲਤ ਹੋ ਰਹੀ ਹੈ ਸਾਡੇ ਨਾਲ। ਜੇ ਤੁਸੀਂ ਸਟੇਟ ਦੀ ਗੱਲ ਨਹੀਂ ਮੰਨਦੇ, ਸਟੇਟ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦੇ, ਤਾਂ ਤੁਹਾਨੂੰ ਅੱਤਵਾਦੀ ਕਰਾਰ ਦੇ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ। ਅਤੇ ਉਹਦੇ ਵਿੱਚ ਇੱਕ ਨਵਾਂ ਸਿਲਸਿਲਾ ਸ਼ੁਰੂ ਹੁੰਦਾ, ਉਹ ਹੁੰਦਾ ਵਾ ਪ੍ਰਮੋਸ਼ਨਸ ਦਾ। ਪੰਜਾਬ ਦੇ ਵਿੱਚ ਸਿੱਖਾਂ ਨੂੰ ਮਾਰ ਕੇ ਕਿੰਨੀਆਂ ਪ੍ਰਮੋਸ਼ਨਾਂ ਲੱਗੇ ਪੰਜਾਬ ਪੁਲਿਸ ਵਾਲੇ। ਨਾਰਥ ਈਸਟ ਦਾ ਇੱਕ ਬੰਦਾ ਸੀਗਾ, ਕਹਿੰਦਾ ਮੈਂ ਪੋਲੀਟੀਸ਼ੀਅਨ ਦੇ ਸਿਰ 'ਤੇ ਕਿ ਉਹਦੇ ਕਰਕੇ ਮੈਂ ਬੰਦੇ ਮਾਰਦਾ ਰਿਹਾ। ਪਹਿਲਾਂ ਉਹਨੇ ਦੱਸਿਆ ਵੀ ਕਿ ਮੈਨੂੰ ਨਫ਼ਰਤ ਕਿਉਂ ਹੋਈ ਇਹਨਾਂ ਨਾਲ। ਕਹਿੰਦਾ ਮੈਂ ਮਾਰਦਾ ਰਿਹਾ, ਫਿਰ ਮੇਰੀ ਜਿਹੜੀ ਆਤਮਾ ਨਾ ਉਹਨੇ ਮਨਾ ਕਰਤਾ ਕਿ ਇਹ ਬਹੁਤ ਗਲਤ ਕੰਮ ਆ। ਫਿਰ ਜਿਹੜੇ ਪੱਤਰਕਾਰ ਸੀਗੇ, ਪੱਤਰਕਾਰ ਨਾਲ ਮਿਲ ਕੇ ਉਹਨੇ ਸਾਰਾ ਕੁਝ ਦੱਸਿਆ। ਅਤੇ ਜਿਹੜੇ ਪੋਲੀਟੀਸ਼ੀਅਨਸ ਵਗੈਰਾ ਸੀਗੇ, ਹੋਰ ਬੰਦੇ ਹੋਣਗੇ ਵੱਡੇ ਅਫਸਰ, ਉਹਨਾਂ ਨੇ ਕਿਹਾ ਇਹ ਝੂਠ ਬੋਲਦਾ। ਫੇਕ ਇਨਕਾਊਂਟਰਸ ਜਾਂ ਫਿਰ ਫੋਰਸਫੁਲੀ ਕਿਸੇ ਨੂੰ ਦਬਾਉਣ ਨਾਲ ਕਦੇ ਵੀ ਕੋਈ ਚੀਜ਼ ਦੱਬਦੀ ਨਹੀਂ ਗੀ। ਉਹ ਨਫ਼ਰਤ ਜਿਹੜੀ ਆ ਨਾ ਉਹ ਹਮੇਸ਼ਾ ਉਹਨਾਂ ਦੇ ਦਿਲਾਂ 'ਚ ਰਹਿੰਦੀ ਆ, ਅਤੇ ਉਹ ਫਿਰ ਇੱਕ ਨਾ ਇੱਕ ਦਿਨ ਉੱਠਦੀ ਆ ਅਤੇ ਉਹ ਬਾਹਰ ਨਿਕਲਦੀ ਆ। ਤੁਸੀਂ ਦੇਖੋ ਜਸਵੰਤ ਸਿੰਘ ਖਾਲੜਾ ਹੋਏ ਆ ਨਾ,
ਜਸਵੰਤ ਸਿੰਘ ਖਾਲੜਾ ਹੋਣਾ ਨੇ ਛਾਣਬੀਣ ਕੀਤੀ ਤੇ ਕਹਿੰਦੇ 25,000 ਤੋਂ ਵੱਧ ਲੋਕਾਂ ਨੂੰ ਮਾਰਤਾ ਗਿਆ ਸੀ ਪੰਜਾਬ 'ਚ। ਕਿੰਨੇ ਲੋਕਾਂ ਨੇ ਕਿਹਾ ਕਿ ਅਸੀਂ ਉਹ 25,000 ਜਿਹੜੇ ਨਾਂ ਸੀਗੇ, ਜਿਹੜੀ ਲਿਸਟ ਸੀਗੀ, ਉਹਦੀ ਛਾਣਬੀਨ ਕਰਦੇ ਹਾਂ ਕਿ ਕਿਹੜੇ ਆਫੀਸਰ ਇਨਵੋਲਵ ਸੀਗੇ। ਬਸ ਸ਼ਾਂਤੀ ਹੋ ਗਈ, ਸ਼ਾਂਤੀ ਬਹਾਲ ਕਰਨਾ ਕੰਮ ਸੀਗਾ। ਕਿਵੇਂ ਹੋਈ ਕਿਵੇਂ ਨਹੀਂ ਹੋਈ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਜਿਹੜੀ ਆ ਉਹ ਵਿਚਾਰਧਾਰਾ ਹੁੰਦੀ ਆ ਪੋਲੀਟੀਸ਼ੀਅਨਸ ਦੀ ਜਾਂ ਵੱਡੇ ਆਫਿਸਰਾਂ ਦੀ। ਇਹ ਗੱਲ ਆਪਾਂ ਸਮਝੀਏ ਜੀ ਸਾਰੇ ਜਾਣੇ ਕਿ ਜਿੱਥੇ ਵੀ ਆਰਮ ਸਟਰਗਲ ਹੁੰਦਾ ਨਾ, ਉਹ ਆਪਣੇ ਆਪ 'ਚ ਕਦੇ ਨਹੀਂ ਉੱਠਦਾ। ਕਈ ਜਿਹੜੇ ਆਰਮ ਸਟਰਗਲ ਵਾਲੇ ਹੁੰਦੇ ਆ ਉਹ ਨਜਾਇਜ਼ ਲੋਕਾਂ ਨੂੰ ਵੀ ਮਾਰਦੇ ਆ। ਮੈਂ ਇਹ 'ਚ ਮਨਾ ਨਹੀਂ ਕਰਦਾ, ਪੰਜਾਬ 'ਚ ਵੀ ਮਾਰੇ ਹੋਣਗੇ, ਇਹ 'ਚ ਕੋਈ ਵੀ ਦੋ ਰਾਏ ਨਹੀਂ। ਫਿਰ ਉੱਥੇ ਗੱਲ ਇਹ ਉੱਠ ਖੜਦੀ ਆ, ਇੱਕ ਧਿਰ ਕਹਿੰਦੀ ਹੈ ਕਿ ਨਹੀਂ, ਉਸ ਜਿਹੜੇ ਸਿੱਖਾਂ ਨੇ ਹਥਿਆਰ ਚੱਕੇ ਸੀ ਉਹਨਾਂ ਨੇ ਮਾਰਿਆ, ਦੂਜੇ ਕਹਿੰਦੇ ਨਹੀਂ ਜਿਹੜੇ ਗੌਰਮੈਂਟ ਸੀਗੀ ਉਹਨਾਂ ਨੇ ਮਾਰਿਆ ਖਾੜ ਖੂਨ ਬਦਨਾਮ ਕਰਨ ਲਈ। ਪਰ ਇੱਕ ਚੀਜ਼ ਜਿਹੜੀ ਫੈਕਟ ਨਾਲ ਕਹੀ ਜਾ ਸਕਦੀ ਆ ਉਹ ਇਹ ਕਿ ਜਿਹੜੇ ਇਨੋਸੈਂਟ ਸੀ ਉਹ ਵੀ ਮਰੇ ਸੀ ਪੰਜਾਬ 'ਚ। ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਨਾ ਜਾਂ ਆਫਿਸਰਸ ਹੁੰਦੇ, ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਕੋਈ ਨਜਾਇਜ਼ ਜਿਹੜਾ ਬੰਦਾ ਵਾ, ਕੋਈ ਇਨੋਸੈਂਟ ਜਿਹੜਾ ਬੰਦਾ ਵਾ ਉਹ ਨਾ ਮਰੇ ਕਦੇ ਵੀ। ਫਿਰ ਡੈਮੇਜ ਕੰਟਰੋਲ ਕਰਨ ਦੀ ਜੇ ਉਹਨਾਂ ਨੇ ਕਰਨੀ ਹੋਵੇ ਫਿਰ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਇੱਕ ਦੋ ਬੰਦੇ ਇਨਵੋਲਵ ਸੀਗੇ, ਸਾਡੀ ਤਾਂ ਇਨਵੋਲਵਮੈਂਟ ਹੀ ਨਹੀਂ ਸੀ। ਕਿੱਡੀ ਬੇਵਕੂਫੀ ਵਾਲੀ ਗੱਲ ਹੈ ਨਾ ਇਹ, ਤੇ ਆਮ ਲੋਕ ਮੰਨ ਵੀ ਜਾਂਦੇ ਆ। ਹੁਣ ਤੁਸੀਂ ਇਹ 1984 ਦਾ ਕਤਲੇਆਮ ਦੇਖ ਲਓ, ਇੰਦਰਾ ਗਾਂਧੀ ਨੂੰ ਮਾਰਨ ਤੋਂ ਬਾਅਦ ਜਿਹੜਾ ਕਤਲੇਆਮ ਹੋਇਆ, ਸੱਜਣ ਕੁਮਾਰ ਦਾ ਨਾਮ ਆਉਂਦਾ ਨਾ ਉਹਦੇ 'ਚ, ਆਪਾਂ ਸਾਰਿਆਂ ਨੇ ਦੇਖਿਆ ਕਿ ਉਹਨੂੰ ਜੇਲ੍ਹ ਵੀ ਹੋ ਗਈ। ਇਕੱਲੇ ਉਸ ਬੰਦੇ ਨੇ ਇੰਨੇ ਬੰਦੇ ਮਰਵਾਤੇ, ਮਤਲਬ ਉਹ 'ਚ ਇੰਨੀ ਪਾਵਰ ਸੀਗੀ ਕਿ ਉਹਨੇ ਬੰਦੇ ਇਕੱਠੇ ਕਰਕੇ ਸਾਰਿਆਂ ਨੂੰ ਮਰਵਾਤਾ ਬਿਨਾਂ ਕਿਸੇ ਦਾ ਆਪਣੇ ਸਿਰ ਉੱਤੇ ਹੱਥ ਦੇਖ ਕੇ। ਕੋਈ ਤਾਂ ਹੋਊਗਾ ਨਾ ਉਹਦੇ ਸਿਰ 'ਤੇ ਕਿ ਏਡਾ ਵੱਡਾ ਫੈਸਲਾ ਲੈ ਲਿਆ। ਜਿਹੜੇ ਪੰਜਾਬ ਪੁਲਿਸ ਨੇ ਜਾਂ ਹੋਰ ਵੀ ਆਰਮੀ ਨੇ ਬੰਦੇ ਮਾਰੇ ਆ, ਕਿਸੇ ਵੀ ਜਗ੍ਹਾ 'ਤੇ ਹੋਵੇ, ਇੰਡੀਆ 'ਚ ਹੋਵੇ, ਇੰਡੀਆ ਤੋਂ ਬਾਹਰ ਹੋਵੇ, ਉਹ ਕੋਈ ਕਿਸੇ ਨੂੰ ਮਾਰ ਸਕਦਾ ਇਨੋਸੈਂਟ ਨੂੰ ਜੇ ਉਹਨੂੰ ਪਤਾ ਵਾ ਕਿ ਮੇਰੇ ਸਿਰ ਉੱਤੇ ਕੋਈ ਨਹੀਂ ਹੈਗਾ। ਸਿਰ 'ਤੇ ਹਮੇਸ਼ਾ ਕਿਸੇ ਨਾ ਕਿਸੇ ਦਾ ਹੱਥ ਹੁੰਦਾ, ਤਾਂ ਹੀ ਉਹ ਜਿਹੜਾ ਬੰਦਾ ਵਾ ਉਹ ਕਿਸੇ ਨੂੰ ਮਾਰਦਾ ਵਾ। ਤੇ ਜਦੋਂ ਫੜੇ ਜਾਂਦੇ ਆ ਉਦੋਂ ਸਿਰ 'ਤੇ ਹੱਥ ਚੱਕਿਆ ਜਾਂਦਾ। ਨਾਰਥ ਈਸਟਰਨ ਵਾਲਾ ਜਿਹੜਾ ਬੰਦਾ, ਉਹਦੀ ਗੱਲ ਆਪਾਂ ਕੀਤੀ ਆ। ਸੋ ਫੇਕ ਐਨਕਾਊਂਟਰ ਕਿਸੇ ਵੀ ਗੱਲ ਦਾ ਇਲਾਜ ਨਹੀਂ ਗਾ ਜੀ। ਪਿਆਰ ਅਤੇ ਭਾਈਚਾਰੇ ਨਾਲ ਸਾਰੇ ਰਹੋ। ਜਿਹੜੀਆਂ ਡਿਮਾਂਡਸ ਹੁੰਦੀਆਂ ਵਾ, ਲੀਗਲ ਡਿਮਾਂਡਸ ਹੁੰਦੀਆਂ ਵਾ, ਉਹ ਜ਼ਰੂਰ ਪੂਰੀਆਂ ਕਰਨੀਆਂ ਚਾਹੀਦੀਆਂ। ਜਿਵੇਂ ਇੱਕ ਫੌਜੀ ਅਫਸਰ ਸੀਗਾ ਜਿਹਨੇ ਮਨਾ ਕਰਤਾ ਸੀਗਾ ਹਮਲਾ ਕਰਨ ਲਈ ਦਰਬਾਰ ਸਾਹਿਬ 'ਤੇ, SK ਸਿਨਹਾ ਸੀਗਾ ਉਹਦਾ ਨਾਮ। ਉਹ ਕਹਿੰਦਾ ਕਿ ਮੈਂ ਜਦੋਂ ਮਿਲਿਆ ਅਫਸਰ ਨੂੰ, ਮੈਂ ਉਹਨੂੰ ਪੁੱਛਿਆ ਕਿ ਮੈਨੂੰ ਦੱਸੋ, ਮੈਂ ਜਾਣਕਾਰੀ ਲੈਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਵਾ, ਵੀ ਕੱਲ੍ਹ ਨੂੰ ਜੇ ਤੁਸੀਂ ਫੌਜ ਬੁਲਾਈ ਮੈਨੂੰ ਪਤਾ ਤਾਂ ਹੋਵੇ ਮੈਂ ਕੀ ਇਹਦੇ ਨਾਲ ਨਜਿੱਠਣਾ, ਕਿਹਦੇ ਨਾਲ ਨਹੀਂ ਨਜਿੱਠਣਾ, ਕੀ ਇੱਥੇ ਸਿਚੁਏਸ਼ਨ ਆ ਕੀ ਨਹੀਂ। ਉਹ ਕਹਿੰਦਾ ਅਕਾਲੀਆਂ ਦੀ ਡਿਮਾਂਡਾਂ। ਕਹਿੰਦਾ ਕਿਹੜੀਆਂ ਡਿਮਾਂਡਾਂ? ਉਹ ਕਹਿੰਦੇ ਕਿ ਸਿੱਧਾ ਪ੍ਰਸਾਰਣ ਹੋਵੇ ਗੁਰਬਾਣੀ ਦਾ ਰੇਡੀਓ ਤੋਂ, ਟ੍ਰੇਨ ਚਲਾਈ ਜਾਵੇ, ਅਤੇ ਜਿਹੜੀ ਉਹ ਸਿਗਰਟਾਂ ਵਗੈਰਾ ਵਿਕਦੀਆਂ ਵਾ, ਨਸ਼ਾ ਵਿਕਦਾ ਵਾ, ਉਹ ਦੁਕਾਨਾਂ ਜਿਹੜੀਆਂ ਉਹ ਪਿੱਛੇ ਕਰ ਲਈਆਂ ਜਾਣ ਦਰਬਾਰ ਸਾਹਿਬ ਕੰਪਲੈਕਸ ਤੋਂ। ਉਹ ਜਿਹੜਾ ਫੌਜੀ ਅਫਸਰ ਸੀ ਉਹ ਕਹਿੰਦੇ ਇਹ 'ਚ ਕਿਹੜੀਆਂ ਔਖੀ ਗੱਲ ਹੈ, ਡਿਮਾਂਡ ਪੂਰੀ ਕਰ ਦਿਓ। ਜਿਹੜਾ ਅਫਸਰ ਸੀਗਾ ਵੱਡਾ ਉਹ ਕਹਿੰਦਾ ਕਿ ਨਹੀਂ, ਇਹ ਪੋਲੀਟੀਕਲ ਗੱਲਾਂ ਵਾ, ਇਹ ਤੁਹਾਨੂੰ ਨਹੀਂ ਸਮਝ ਆਉਂਦੀਆਂ। ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਕਿ ਕਿਸੇ ਨੂੰ ਹੱਥ ਫੜਾਈਏ ਤਾਂ ਉਹ ਬਾਂਹ ਫੜਨ ਨੂੰ ਆਉਂਦਾ। ਹਮੇਸ਼ਾ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਪੋਲੀਟਿਕਸ ਨਾਲ ਰਿਲੇਟਡ ਹੁੰਦੀ ਆ, ਪੋਲੀਟੀਕਲ ਪਾਰਟੀਜ਼ ਨਾਲ ਰਿਲੇਟਡ ਹੁੰਦੀ ਆ। ਦੇ ਮੈਸ ਅਪ ਦ ਥਿੰਗਸ ਐਂਡ ਦੈਨ ਦੇ ਵਿਲ ਕਾਲ ਦ ਆਰਮੀ। ਪਹਿਲਾਂ ਗਲਤ ਡਿਸੀਜਨ ਲੈ ਲੈਣੇ, ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਗੱਲ ਵਿਗੜ ਲਈ, ਉਦੋਂ ਫਿਰ ਪੁਲਿਸ ਨੂੰ ਲੈ ਆਓ, ਆਰਮੀ ਨੂੰ ਲੈ ਆਓ। ਉਹ ਫਿਰ ਸਾਰਾ ਕੁਛ ਕਰਦੇ ਆ। ਬਾਅਦ 'ਚ ਹੱਥ ਖੜੇ ਜੀ ਇਹ ਤਾਂ ਕਦੇ ਵੀ ਐਂ ਨਹੀਂ ਹੋਇਆ, ਇਹ ਤਾਂ ਸਭ ਝੂਠ ਲਿਖਤਾ, ਇਨੋਸੈਂਟ ਤਾਂ ਕੋਈ ਵੀ ਨਹੀਂ ਮਰਿਆ। ਆਪਾਂ ਧਿਆਨ ਦਈਏ ਜੀ ਇੱਧਰ, ਜਿੰਨੇ ਵੀ ਕੋਈ ਫੌਜੀ ਆ, ਜਿੰਨੇ ਵੀ ਕੋਈ ਪੁਲਿਸ ਆਫਿਸਰ ਆ, ਜੇ ਉਹਨਾਂ ਨੂੰ ਕੋਈ ਗਲਤ ਕੰਮ ਕਰਨ ਨੂੰ ਵੀ ਕਹਿੰਦਾ ਵਾ, ਅਤੇ ਇੱਕ ਇਹੋ ਜਿਹਾ ਡਿਪਾਰਟਮੈਂਟ ਹੋਣਾ ਚਾਹੀਦਾ ਜਿਹ 'ਚ ਉਹ ਜਾ ਕੇ ਕਹਿ ਸਕਣਗੇ ਭਾਈ ਇਹਨਾਂ ਨੇ ਸਾਨੂੰ ਗਲਤ ਆਰਡਰ ਦਿੱਤਾ ਜਿਹੜਾ ਮੋਰਲਸ ਦੇ ਅਗੇਂਸਟ ਸੀਗਾ, ਅਤੇ ਉਹਨਾਂ ਬੰਦਿਆਂ 'ਤੇ ਜਿਹੜੇ ਆਰਡਰ ਦਿੰਦੇ ਆ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਇੱਥੇ ਹੀ ਜੀ ਆਪਾਂ ਅੱਜ ਦਾ ਐਪੀਸੋਡ ਖ਼ਤਮ ਕਰਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਕੁਛ ਹੋਰ ਗੱਲਾਂ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।